ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਪੰਜਾਬ ਔਰ ਯੂਪੀ ਦੋ ਸਟੇਟਸ ਨੇ ਜਿੱਥੇ ਡਰੱਗਸ ਦੇ ਨਾਲ ਜੋੜ ਕੇ ਇਹਨਾਂ ਦੋਨਾਂ ਸੂਬਿਆਂ ਦਾ ਨਾਮ ਜਦੋਂ ਦੇਸ਼ ਭਰ ਦੇ ਵਿੱਚ ਸਰਵੇ ਹੁੰਦਾ ਤਾਂ ਉਹਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ। ਪੰਜਾਬ ਤਾਂ ਜ਼ਿਆਦਾ ਹੀ ਇੱਕ ਤਰ੍ਹਾਂ ਦੇ ਨਾਲ ਬਦਨਾਮੀ ਖੱਟ ਰਿਹਾ ਹੈ ਜਸਟ ਬਿਕੋਜ਼ ਆਫ ਕਿ ਇਹ ਇੱਕ ਬਾਰਡਰ ਸਟੇਟ ਹੈ ਔਰ ਇੱਥੇ ਨਿਤ ਆਏ ਦਿਨ ਹੀ ਦਿਖਾਇਆ ਜਾਂਦਾ ਹੈ ਕਿ ਡਰੋਨਸ ਦੇ ਰਾਹੀਂ ਐਂਡ ਹੋਰ ਬਹੁਤ ਸੋਫਿਸਟੀਕੇਟਡ ਢੰਗਾਂ ਦੇ ਨਾਲ ਹੁਣ ਜਿਹੜੀ ਡਰੱਗਸ ਨੇ ਔਰ ਈਵਨ ਨਾਲ ਹਥਿਆਰ ਵੀ ਜਿਹੜਾ ਆ ਉਹ ਇੱਥੇ ਜਿਹੜਾ ਇਨਫਿਲਟਰੇਟ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ। ਪਰ ਡਰੱਗਸ ਦੀ ਸਮੱਸਿਆ ਬਹੁਤ ਵੱਡੀ ਹੈ ਔਰ ਬਹੁਤ ਉਲਝਣਦਾਰ ਹੈ। ਪੰਜਾਬ ਦੇ ਵਿੱਚ ਚੇਨ ਆਫ ਇਵੈਂਟਸ ਜਿਹੜੀਆਂ ਡਰੱਗਸ ਦੇ ਨਾਲ ਜੁੜਦੀਆਂ ਨੇ ਉਹ ਭੋਲਾ ਡਰੱਗ ਕੇਸ ਤੋਂ ਸ਼ੁਰੂ ਹੁੰਦੀਆਂ ਨੇ। ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਤਾਂ ਉਸ ਤੋਂ ਪਹਿਲਾਂ ਸਹੁੰ ਖਾਂਦੇ ਨੇ ਗੁਟਕਾ ਸਾਹਿਬ ਦੀ ਔਰ STF ਬਣਦੀ ਹੈ, ਉਹਦੇ ਨਾਲ ਸ਼ੁਰੂ ਹੁੰਦੀਆਂ ਨੇ। ਫਿਰ ਹਾਈ ਕੋਰਟ ਦੀਆਂ ਸੀਲਬੰਦ ਰਿਪੋਰਟਸ ਆਉਂਦੀਆਂ ਨੇ ਔਰ ਅੱਜ ਦੇ ਸਮੇਂ ਦੇ ਵਿੱਚ 1 ਮਹੀਨਾ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਦੇ ਹੈਲਥ ਮਿਨਿਸਟਰ ਵਿਧਾਨ ਸਭਾ ਦੇ ਵਿੱਚ ਖੁਦ ਕਹਿੰਦੇ ਨੇ ਕਿ 10 ਲੱਖ ਐਡਿਕਟ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਆਪਣਾ ਨਸ਼ਾ ਛਡਾਉਣ ਦੇ ਲਈ ਰੀਹੈਬਿਲਿਟੇਸ਼ਨ ਪ੍ਰੋਗਰਾਮ ਦੇ ਅਧੀਨ ਆਏ ਨੇ। ਮਤਲਬ ਕਿ 10 ਲੱਖ ਨੰਬਰ ਬਹੁਤ ਵੱਡਾ ਹੈ ਕਿ ਜਿੰਨੀ ਸਾਡੀ ਆਬਾਦੀ ਹੈ ਉਹਦੇ ਚੋਂ 3% ਐਡਿਕਟ ਨੇ ਔਰ ਹਜੇ ਐਨੇ ਉਹ ਵੀ ਨੇ ਜਿਹੜੇ ਜਿਨ੍ਹਾਂ ਦਾ ਨੰਬਰ ਆਪਾਂ ਨੂੰ ਨਹੀਂ ਪਤਾ, ਜਿਹੜੇ ਕਿਸੇ ਗਿਣਤੀ 'ਚ ਨਹੀਂ ਆਉਂਦੇ, ਇਹੋ ਜਿਹੇ ਨਸ਼ਾ ਕਰਨ ਵਾਲੇ, ਡਰੱਗ ਅਬਿਊਜ਼ ਕਰਨ ਵਾਲੇ ਲੋਕ ਜਿਹੜੇ ਹਜੇ ਤੱਕ ਰੀਹੈਬਿਲਿਟੇਸ਼ਨ ਤੱਕ ਪਹੁੰਚੇ ਨਹੀਂ ਆ। ਪ੍ਰਾਈਵੇਟ ਔਰ ਸਰਕਾਰੀ ਸੰਸਥਾਵਾਂ ਨੇ ਜਿਹੜੀਆਂ ਨਸ਼ਾ ਛਡਾਉਣ ਦਾ ਕੰਮ ਕਰਦੀਆਂ ਨੇ, ਪਰ ਜਿਹੜੀ ਚੀਜ਼ ਮਿਸਿੰਗ ਹੈ ਫਰੋਮ ਦ ਸੀਨ ਉਹ ਹੈਗੀ ਆ ਨਸ਼ੇ ਦੇ ਅਰਾਊਂਡ, ਡਰੱਗਸ ਦੇ ਅਬਿਊਜ਼ ਦੇ ਅਰਾਊਂਡ ਖੁੱਲ ਕੇ ਸਟੱਡੀ ਹੋਣਾ, ਖੁੱਲ ਕੇ ਇਹਨੂੰ ਪੜ੍ਹਨ ਦੀ ਜ਼ਰੂਰਤ ਹੈ ਕਿ ਇਹਦੇ ਪਿਛਲੇ ਕਾਰਨ ਕੀ ਨੇ। ਉਹੀ ਭਾਲ ਦੇ ਵਿੱਚ ਮੇਰੇ ਕੋਲ ਇੱਕ ਸਟੱਡੀ ਜੋ ਮੈਨੂੰ ਪੜ੍ਹਨ ਨੂੰ ਮਿਲੀ ਸੀ ਉਹ ਸੀ ਕ੍ਰਿਡ ਦੀ ਕੀਤੀ ਹੋਈ, ਜਿਹੜੀ ਕਿ ਪ੍ਰੋਫੈਸਰ ਰਣਜੀਤ ਸਿੰਘ ਘੁੰਮਰ ਹੁਣਾਂ ਨੇ ਕੀਤੀ ਸੀ ਔਰ ਉਹਨਾਂ ਨੂੰ ਬੇਨਤੀ ਕੀਤੀ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਖਾਸ ਤੌਰ ਤੇ ਸ਼ਾਮਿਲ ਕੀਤਾ ਹੈ ਤਾਂ ਕਿ ਆਪਾਂ ਉਸ ਰਿਸਰਚ ਦੇ ਅਰਾਊਂਡ ਗੱਲਬਾਤ ਕਰ ਸਕੀਏ। ਘੁੰਮਣ ਸਾਹਿਬ, ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨਵੀਰ ਜੀ, ਤੁਸੀਂ ਇਸ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਲਈ ਔਰ ਸਰੋਤਿਆਂ ਨਾਲ, ਦਰਸ਼ਕਾਂ ਨਾਲ ਜੋੜਨ ਲਈ। ਡਰੱਗ ਅਬਿਊਜ਼ ਦੇ ਪਿੱਛੇ ਕਾਰਨ ਕੀ ਨੇ ਔਰ ਇਹਦੇ ਤੇ ਸਟੱਡੀਜ਼ ਕਿਉਂ ਨਹੀਂ ਹੁੰਦੀਆਂ, ਇਹਦੇ ਤੇ ਪਾਲਿਸੀਜ਼ ਕਿਉਂ ਨਹੀਂ ਬਣਦੀਆਂ, ਇਹਦੇ ਤੇ ਸਾਡਾ ਥਿੰਕ ਟੈਂਕ ਜਿਹੜਾ ਸਰਕਾਰ ਨੂੰ ਸਲਾਹ ਕਿਉਂ ਨਹੀਂ ਦਿੰਦਾ। ਔਰ ਤੁਸੀਂ ਕ੍ਰਿਡ ਦੇ ਵਿੱਚ ਮੈਂਬਰ ਰਹੇ ਹੋ ਔਰ ਮੇਰੇ ਪੜ੍ਹਨ ਦੇ ਵਿੱਚ ਆਇਆ ਤੁਸੀਂ ਇੱਕ ਰਿਸਰਚ ਕੀਤੀ ਹੈ ਸਰ, ਤੁਹਾਡੇ ਨਾਲ ਹੋਰ ਵੀ ਕੋਈ ਸਾਥੀ ਸਨ, ਤੁਹਾਡੇ ਪ੍ਰੋਫੈਸਰ ਸਨ, ਜਿਹੜੀ ਰਿਸਰਚ ਦੇ ਵਿੱਚ ਤੁਸੀਂ ਕਈ ਕਾਰਨ ਫਾਈਂਡ ਆਊਟ ਕਰ ਪਾਏ ਹੋ ਕਿ ਜਿਹੜਾ ਇਹ ਨਸ਼ਾ ਆ ਇਹ ਕਿਉਂ ਲੋਕ ਕਰਦੇ ਨੇ ਔਰ ਉਹ ਜਿਹੜੇ ਡਰੱਗ ਐਡਿਕਟ ਨੇ ਉਹ ਕੀ ਉਹਨਾਂ ਦੀ ਸੋਚ ਕੀ ਹੈਗੀ ਆ ਔਰ ਇਹਦੇ ਵਿੱਚ ਕਈ ਰਿਕਮੈਂਡੇਸ਼ਨ ਵੀ ਤੁਸੀਂ ਦਿੱਤੀਆਂ। ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਸਰ ਕਿ ਇਹ ਰਿਸਰਚ ਤੁਸੀਂ 2017 ਦੇ ਵਿੱਚ ਸ਼ੁਰੂ ਕੀਤੀ ਸੀਗੀ, 2 ਸਾਲ ਮੈਨੂੰ ਲੱਗਦਾ ਇਹਨੂੰ ਮੁਕੰਮਲ ਕਰਨ ਲਈ ਲਗਾਏ। ਉਸ ਸਮੇਂ ਦੇ ਮਾਹੌਲ ਨੂੰ ਮੱਦੇਨਜ਼ਰ ਰੱਖ ਕੇ ਇਹ ਰਿਸਰਚ ਕੀਤੀ ਸੀ ਕਿ ਇਹਦੇ ਪਿਛਲੇ ਕਾਰਨ ਕੀ ਸੀਗੇ? ਮਨਵੀਰ ਜੀ ਦੇਖੋ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਸਟੱਡੀ ਅਸੀਂ ਕੀਤੀ ਹੈ ਇਹ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ, ਜਿਹੜੀ ਕਿ ਮਿਨਿਸਟਰੀ ਆਫ ਹਿਊਮਨ ਰਿਸੋਰਸਿਸ ਗਵਰਨਮੈਂਟ ਆਫ ਇੰਡੀਆ ਦੀ ਆਟੋਨੋਮਸ ਬਾਡੀ ਹੈ, ਉਹਨਾਂ ਨੇ ਕਾਫੀ ਵੱਡੀ ਫੰਡਿੰਗ ਵੀ ਕੀਤੀ ਸੀ ਇਸ ਲਈ। ਤੇ ਮੇਰੇ ਨਾਲ ਮੇਰੇ 2 ਸਹਿਯੋਗੀ ਜਿਹੜੇ ਉੱਥੇ ਕ੍ਰਿਡ 'ਚ ਉਸ ਵੇਲੇ ਕੰਮ ਕਰਦੇ, ਹੁਣ ਵੀ ਕਰਦੇ ਨੇ, ਮੈਂ ਤਾਂ ਹੁਣ ਕ੍ਰਿਡ 'ਚ ਨਹੀਂ ਹਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਹੈ, ਪ੍ਰੋਫੈਸਰ ਆਫ ਐਮੀਨੈਂਸ। ਔਰ ਉਹ ਸਨ ਡਾਕਟਰ ਗੁਰਿੰਦਰ ਕੌਰ, ਜਿਹੜੇ ਸੋਸ਼ੀਓਲੋਜਿਸਟ ਨੇ, ਸੋਸ਼ਲ ਐਂਥਰੋਪੋਲੋਜਿਸਟ ਨੇ, ਔਰ ਡਾਕਟਰ ਜਤਿੰਦਰ ਸਿੰਘ ਇਕੋਨੋਮਿਸਟ ਨੇ, ਜੋ ਦੋਨੋਂ ਯੰਗ ਸਕਾਲਰਸ ਨੇ। ਬਹੁਤ ਮਿਹਨਤ ਕੀਤੀ ਔਰ ਸਾਡੇ ਕੋਲ ਇੱਕ ਫੀਲਡ ਟੀਮ ਸੀ ਕਾਫੀ ਵੱਡੀ, ਜਿਹਦੇ ਵਿੱਚ ਸਰਦਾਰ ਹਕੀਕਤ ਸਿੰਘ ਉਹ ਫੀਲਡ ਟੀਮ ਨੂੰ ਹੈਡ ਵੀ ਕਰ ਰਹੇ ਸੀਗੇ। ਤੇ ਇਸ ਤੋਂ ਇਹ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਤੁਸੀਂ ਕਿਸ ਸੰਦਰਭ 'ਚ ਜਾਂ ਕਿਹੜੀ ਇਹੋ ਜਿਹੀ ਗੱਲ ਸੀ ਤੁਹਾਨੂੰ ਇਹ ਸਟੱਡੀ ਕਰਨੀ ਪਈ। ਜੇ ਅਸੀਂ ਮਨਵੀਰ ਜੀ ਪਿੱਛੇ ਝਾਤੀ ਮਾਰੀਏ ਤਾਂ ਜਦੋਂ ਦਾ ਸੁਸਾਇਟੀ ਬਣੀ ਹੈ ਜਾਂ ਹਿਊਮਨ ਇਸ ਦੁਨੀਆ ਤੇ ਆਇਆ, ਭਾਵੇਂ ਉਹ ਮਤਲਬ ਬਿਲੀਅਨਸ ਆਫ ਈਅਰਸ ਕਹਿ ਲਓ ਜਾਂ 70,000 ਸਾਲ ਕਹਿ ਲਓ ਜਾਂ 12,000, ਜਦੋਂ ਐਗਰੀਕਲਚਰਲ ਸੈਟਲ ਡਾਊਨ ਵੀ ਹੁੰਦੀਆਂ ਨੇ, ਤਾਂ ਕਿਸੇ ਨਾ ਕਿਸੇ ਰੂਪ 'ਚ ਜਿਹੜੇ ਲੋਕ ਨੇ ਉਹ ਨਸ਼ਾ ਕਰਦੇ ਰਹੇ, ਭਾਵੇਂ ਉਹ, ਪਰ ਉਸ ਵੇਲੇ ਜਿਹੜਾ ਨਸ਼ਾ ਹੈ ਉਹ ਨੈਚੁਰਲ ਹੁੰਦਾ ਸੀ, ਸਿੰਥੈਟਿਕ ਨਹੀਂ ਸੀ ਹੁੰਦਾ, ਜੋ ਲੋਕਲੀ ਅਵੇਲੇਬਲ ਉਹ ਕਰਦੇ ਸੀ। ਕਿੰਨਾ ਕਰਦੇ ਸੀ, ਕਿੰਨਾ ਨਹੀਂ ਕਰਦੇ, ਇਹਦੇ ਬਾਰੇ ਸਾਡੇ ਕੋਲ ਕੋਈ ਅੰਕੜੇ ਨਹੀਂ, ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਾ ਕੋਈ ਨਸ਼ੇ ਜਿਹੜੇ ਜ਼ਰੂਰ ਕਰਦੇ ਸੀ। ਕਈ ਵਾਰੀ ਸਾਡੇ ਕਈ ਧਾਰਮਿਕ ਗ੍ਰੰਥਾਂ 'ਚ ਵੀ ਇਹਦਾ ਜ਼ਿਕਰ ਆਉਂਦਾ ਹੈ।
ਜਿਵੇਂ ਬਾਬਾ ਨਾਨਕ ਵੀ ਕਹਿੰਦਾ ਕਿ ਝੂਠਾ ਮਦ ਮੂਲ ਨਾ ਪੀਛੇ ਜੇ ਕਾ ਮੂਲ ਵਸਾਓ। ਸੋ ਇਹ ਜਿਹੜਾ ਸਾਰਾ ਸਿਲਸਿਲਾ ਹੈ ਨਸ਼ਿਆਂ ਦਾ, ਇਹ ਪੰਜਾਬ ਦੇ ਵਿੱਚ ਜਿਹੜਾ ਪ੍ਰੈਜੈਂਟ ਮਾਹੌਲ ਸ਼ੁਰੂ ਹੋਇਆ, ਉਹ ਕੋਈ ਮੈਂ ਕਹਿ ਸਕਦਾ ਕਿ 20 ਸਾਲਾਂ ਤੋਂ ਸ਼ੁਰੂ ਹੋਇਆ। ਤੇ ਉਹਦੇ ਵਿੱਚ ਜਿਹੜੇ ਮੁੱਖ ਜਿਹੜੇ ਅੰਤਰਰਾਸ਼ਟਰੀ ਕਾਰਨ ਸੀਗੇ ਉਹ ਸੀ ਕਿ ਇੱਕ ਗੋਲਡਨ ਕ੍ਰੈਸੈਂਟ ਨਾਂ ਦੀ ਤਿਕੋਣ ਬਣਦੀ ਹੈ, ਜਿਹਦੇ ਵਿੱਚ ਅਫਗਾਨਿਸਤਾਨ, ਈਰਾਨ, ਪਾਕਿਸਤਾਨ, ਇਹ ਤਿੰਨ ਜਿਹੜੇ ਨੇ ਕੰਟਰੀ ਨੇ। ਤੇ ਪਾਕਿਸਤਾਨ ਨਾਲ ਆਪਾਂ ਨੂੰ ਆਪਣੇ ਸੰਬੰਧਾਂ ਦਾ ਪਤਾ ਹੀ ਹੈ। ਜੇ ਸਮਗਲਿੰਗ ਦੀ ਗੱਲ ਕਰੀਏ ਤਾਂ ਸਮਗਲਿੰਗ ਤਾਂ ਪਹਿਲਾਂ ਗੋਲਡ ਦੀ ਬਾਰਡਰ ਏਰੀਆ ਤੋਂ ਹੁੰਦੀ ਰਹੀ ਹੈ। ਬਾਕੀ ਜਿੱਥੇ ਜਿੱਥੇ ਵੀ ਕਿਸੇ ਕੰਟਰੀ ਦਾ ਬਾਰਡਰ ਲੱਗਦਾ ਹੈ ਤੇ ਜਿਹੜੀ ਚੀਜ਼ ਉੱਥੋਂ ਸਸਤੀ ਲਿਆ ਕੇ ਮਹਿੰਗੀ ਵੇਚੀ ਜਾ ਸਕਦੀ, ਉਹ ਕਰਦੇ ਰਹੇ ਨੇ। ਇਹ ਵੀ ਜਿਹੜੀ ਹੁਣ ਦਵਾਈਆਂ ਨੇ, ਡਰੱਗਸ ਨੇ, ਇਹ ਉੱਥੋਂ ਅਫਗਾਨਿਸਤਾਨ ਤੋਂ ਚੱਲ ਕੇ, ਈਰਾਨ ਤੋਂ ਚੱਲ ਕੇ ਪਾਕਿਸਤਾਨ ਰਾਹੀਂ ਇੱਥੇ ਆਉਂਦੇ ਆ ਤੇ ਪੰਜਾਬ ਉਹਦਾ ਇੱਕ ਲਾਂਘਾ ਬਣ ਜਾਂਦਾ ਹੈ। ਜਦੋਂ ਪੰਜਾਬ ਲਾਂਘਾ ਬਣਦਾ ਤਾਂ ਹੌਲੀ ਹੌਲੀ ਜਦੋਂ ਪੰਜਾਬ ਦੇ ਆਰਥਿਕ ਸੰਕਟ ਵੀ ਵੱਧਦੇ ਨੇ ਤੇ ਇੱਕ ਲੰਪਨ ਕਲਚਰ ਵੀ ਕ੍ਰੀਏਟ ਹੁੰਦਾ ਹੈ, ਤਾਂ ਉਸ ਵੇਲੇ ਪੰਜਾਬ ਦੇ ਵਿੱਚ ਇਹ ਪ੍ਰਸ਼ਾਦ ਵੀ ਵੰਡਿਆ ਜਾਂਦਾ। ਹੌਲੀ ਹੌਲੀ ਲੋਕ ਇਹਨੂੰ ਟੇਸਟ ਵੀ ਕਰਨ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਕਾਫੀ ਮਤਲਬ ਜਿਹੜਾ ਜ਼ੋਰ ਫੜ ਜਾਂਦਾ ਨਸ਼ਾ। ਤੇ ਜਿਹੜੇ ਅਸੀਂ ਟ੍ਰੈਡੀਸ਼ਨਲ ਨਸ਼ੇ ਲੋਕ ਕਰਦੇ ਸਨ ਪੰਜਾਬ 'ਚ, ਉਹਨਾਂ ਤੋਂ ਸ਼ਿਫਟਿੰਗ ਵੀ ਹੁੰਦੀ ਹੈ ਫਿਰ ਸਿੰਥੈਟਿਕ ਜਾਂ ਓਪੀਅਡ ਬੇਸਡ ਫੀਮ ਦੇ ਆਧਾਰਿਤ, ਜਾਂ ਜਿਹਨੂੰ ਹੁਣ ਆਪਾਂ ਚਿੱਟਾ ਵੀ ਕਹਿੰਦੇ ਹਾਂ, ਹੈਰੋਇਨ ਵੀ ਕਹਿੰਦੇ ਹਾਂ, ਇਹ ਸਾਰੇ ਨਸ਼ੇ ਫਿਰ ਸ਼ੁਰੂ ਹੁੰਦੇ ਨੇ। 2005-6 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਸੋਸ਼ੀਓਲੋਜੀ ਦੇ, ਰਿਟਾਇਰ ਹੋ ਗਏ ਨੇ, ਮਿਸਟਰ ਡਾਕਟਰ ਸੰਧੂ, ਉਹ ਇੱਕ ਸਟੱਡੀ ਕਰਦੇ ਨੇ ਤੇ ਉਹਨਾਂ ਦਾ ਸੈਂਪਲ, ਸਾਡਾ ਤਾਂ ਸੈਂਪਲ ਬਹੁਤ ਵੱਡਾ ਹੈ ਤੇ 5 ਸਟੇਟਾਂ ਅਸੀਂ ਸਟੱਡੀ ਕੀਤੀਆਂ। ਉਹ ਪੰਜਾਬ ਦੇ ਵਿੱਚ ਡਰੱਗ ਜਿਹੜੇ ਲੋਕ ਲੈਂਦੇ ਨੇ, ਵਿੱਚ ਅਲਕੋਹਲ ਵੀ, ਉਹ ਸਟੱਡੀ ਕਰਕੇ ਕਹਿੰਦੇ ਨੇ ਕਿ 72-73% ਜਿਹੜੇ ਯੂਥ ਹੈ ਉਹ ਉਹਦੇ ਵਿੱਚ ਡਰੱਗਸ ਲੈਂਦੇ ਨੇ ਉਹਦੇ ਸੈਂਪਲ ਚੋਂ। ਪਰ ਉਹ ਸਟੱਡੀ ਬੜੀ ਮਿਸ ਇੰਟਰਪ੍ਰੈਟ ਹੋਈ ਤੇ ਇੱਥੋਂ ਤੱਕ ਕਿ ਪੰਜਾਬ ਗਵਰਨਮੈਂਟ ਨੇ ਉਸ ਦੇ ਆਧਾਰਿਤ, ਜਦੋਂ ਆਪਣਾ ਨੈਸ਼ਨਲ ਪਾਰਟੀ ਦੇ ਇੱਕ ਨੇਤਾ ਪੰਜਾਬ 'ਚ ਆ ਕੇ ਕਹਿੰਦੇ ਨੇ ਕਿ ਇੱਥੇ 72% ਯੂਥ ਜਿਹੜਾ ਡਰੱਗ ਐਡਿਕਟਸ ਹੈ, ਤਾਂ ਉਹ ਹਾਈ ਕੋਰਟ ਵੀ ਸੂ ਮੋਟੋ ਨੋਟਿਸ ਲੈਂਦੇ। ਪੰਜਾਬ ਗਵਰਨਮੈਂਟ ਹਾਈ ਕੋਰਟ ਦੇ ਵਿੱਚ ਇੱਕ ਐਫੀਡੈਵਿਟ ਦਿੰਦੀ ਕਿ ਠੀਕ ਹੈ, ਇਹ ਸਾਰਾ ਕੁਝ ਮਿਸ ਇਨਫੋਰਮਡ ਹੋਇਆ। ਉਸ ਤੋਂ ਬਾਅਦ ਫਿਰ ਆ ਜਾਂਦਾ ਤੁਹਾਡਾ ਉੜਤਾ ਪੰਜਾਬ। ਉਸ ਤੋਂ ਬਾਅਦ ਤੁਹਾਡੀਆਂ 2012 ਦੀਆਂ ਇਲੈਕਸ਼ਨਾਂ, 17 ਦੀਆਂ ਇਲੈਕਸ਼ਨਾਂ, 22 ਦੀਆਂ ਇਲੈਕਸ਼ਨਾਂ। ਚਲੋ 22 ਤਾਂ ਸਾਡੀ ਸਟੱਡੀ ਤੋਂ ਸ਼ੁਰੂ ਹੋਣ ਤੋਂ ਬਾਅਦ ਦੀ ਗੱਲ ਹੈ। 12-17 ਦੀਆਂ ਇਲੈਕਸ਼ਨਾਂ ਵਿੱਚ, ਅਸੈਂਬਲੀ ਦੀਆਂ ਇਲੈਕਸ਼ਨਾਂ ਵਿੱਚ ਇਹ ਬਹੁਤ ਵੱਡਾ ਮੁੱਦਾ ਬਣਦਾ। 17 'ਚ ਖਾਸ ਕਰਕੇ ਤੁਸੀਂ ਜਿਵੇਂ ਜ਼ਿਕਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਦੇ ਪ੍ਰਧਾਨ ਸੀ, ਉਹਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਵੀ ਖਾਧੀ ਸੀ ਕਿ ਅਸੀਂ ਪੰਜਾਬ 'ਚ ਨਸ਼ਿਆਂ ਦਾ ਲੱਕ ਤੋੜ ਦਿਆਂਗੇ। ਉਹ ਨਸ਼ਿਆਂ ਦਾ ਲੱਕ ਤਾਂ ਅਜੇ ਤੱਕ ਟੁੱਟਿਆ ਨਹੀਂ, ਸਾਡੀ ਸਟੱਡੀ ਜਿਹੜੀ ਇਹ ਦੱਸ ਰਹੀ ਹੈ। ਸੋ ਉੜਤਾ ਪੰਜਾਬ ਆ ਜਾਂਦਾ, ਫਿਲਮ ਬਣਦੀ ਹੈ, ਫਿਰ ਬਹੁਤ ਸਾਰਾ ਮੀਡੀਆ 'ਚ ਇਹਦਾ ਪ੍ਰਚਾਰ ਹੁੰਦਾ ਹੈ। ਫਿਰ ਜਿਹੜੀਆਂ ਨੈਸ਼ਨਲ NCRB ਹੈ, ਨੈਸ਼ਨਲ ਕ੍ਰਾਈਮ ਬਿਊਰੋ ਹੈਗਾ, ਉਹਦੇ ਅੰਕੜੇ ਆਉਂਦੇ ਨੇ ਕਿ ਪੰਜਾਬ ਮਹਾਰਾਸ਼ਟਰ ਤੋਂ ਬਾਅਦ ਜ਼ਿਆਦਾ ਇੱਥੇ ਨਸ਼ੇ ਕੀਤੇ ਜਾਂਦੇ ਨੇ। ਦੂਜੇ ਪਾਸੇ ਇਹ ਹੈ ਕਿ ਸਾਨੂੰ ਇਹ ਲੱਗਿਆ ਕਿ ਦੇਖਣਾ ਚਾਹੀਦਾ ਕਿ ਜੇ 72% ਯੂਥ ਤੇ ਡਰੱਗ ਐਡਿਕਟਸ ਹੈ ਤੇ ਫਿਰ ਤਾਂ ਤੁਸੀਂ ਗਲੀਆਂ 'ਚੋਂ ਵੀ ਨਹੀਂ ਲੰਘ ਸਕਦੇ, ਸੜਕਾਂ ਤੇ ਨਹੀਂ ਤੁਰ ਸਕਦੇ। ਸੋ ਉਹਦੇ ਵਿੱਚ ਸਾਨੂੰ ਇਹ ਇਸ ਗੱਲ ਨੂੰ ਲੱਗਿਆ ਕਿ ਉੜਤਾ ਪੰਜਾਬ, ਜੇ ਸਾਨੂੰ ਪੰਜਾਬ 'ਚ ਬੈਠੇ ਜਿਹੜੇ ਬੁੱਧੀਜੀਵੀ ਆ, ਉਹਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ, ਕਰਨਾ ਚਾਹੀਦਾ ਤੇ ਤਹਿ ਤੱਕ ਜਾਣਾ ਚਾਹੀਦਾ। ਤੁਹਾਡੇ ਯਾਦ ਹੋਏਗਾ PGI ਨੇ ਵੀ ਇੱਕ ਸਟੱਡੀ ਕੀਤੀ, ਏਮਸ ਨੇ ਵੀ ਸਟੱਡੀ ਕੀਤੀ, ਪਰ ਉਹ ਸਟੱਡੀ ਜਿਹੜੀ ਹੈ ਉਹ ਕੇਵਲ ਮੈਡੀਕਲ ਐਂਗਲ ਤੋਂ ਸੀ ਕਿ ਕਿਸ ਮਤਲਬ ਕਿੰਨੇ ਕੁ ਲੋਕ ਡਰੱਗ ਲੈਂਦੇ ਨੇ, ਜਿਹਦੇ ਵਿੱਚ ਅਲਕੋਹਲ ਵੀ ਸ਼ਾਮਲ ਸੀ। ਸਾਡੀ ਜਿਹੜੀ ਸਟੱਡੀ ਹੈ ਇਹਦਾ ਇਹ ਪਰਪਸ ਨਹੀਂ ਸੀ ਕਿ ਪੰਜਾਬ ਦੇ ਵਿੱਚ ਕਿੰਨੇ ਲੱਖ ਲੋਕ ਜਿਹੜੇ ਨਸ਼ਾ ਕਰਦੇ ਨੇ। ਜਿਵੇਂ ਕਿ ਹੈਲਥ ਮਿਨਿਸਟਰ ਨੇ ਮਹੀਨਾ ਪਹਿਲਾਂ ਪੰਜਾਬ ਦੇ ਨੇ ਕਿਹਾ ਕਿ 8 ਲੱਖ ਉੱਥੇ ਪੰਜਾਬ ਦੇ ਵਿੱਚ ਨਸ਼ਾ ਕਰਦੇ ਨੇ। ਜੇ ਇਹ ਬਹੁਤ ਵੱਡਾ ਨੰਬਰ ਹੈ, ਜੇ ਵੈਸੇ ਪੰਜਾਬ ਦੀ ਜਿਹੜੀ ਅਡਲਟ ਪਾਪੂਲੇਸ਼ਨ ਆ ਉਹਦੇ ਹਿਸਾਬ ਨਾਲ ਵੀ ਕਾਫੀ ਵੱਡਾ ਨੰਬਰ ਹੈ, ਤੇ ਜੇ ਵੱਡਾ ਨੰਬਰ ਹੈ ਤੇ ਪੰਜਾਬ ਸਰਕਾਰ ਇਸ ਤੇ ਐਕਸ਼ਨ ਕਿਉਂ ਨਹੀਂ ਲੈ ਰਹੀ। ਇਸੇ ਤਰ੍ਹਾਂ ਜਦੋਂ ਇਹ ਮੁੱਦਾ ਬਣਦਾ ਹੈ ਤਾਂ ਫਿਰ ਇਹ ਗੱਲ ਕੀਤੀ ਜਾਂਦੀ ਕਿ ਅਸੀਂ ਜਿਹੜੇ ਵੀ ਨਸ਼ੇ ਦੇ ਪਿੱਛੇ ਪੋਲੀਟੀਕਲ ਲੀਡਰਸ਼ਿਪ ਹੈ ਜਾਂ ਪੁਲਿਸ ਅਫਸਰ ਨੇ ਜਾਂ ਸਮਗਲਰ ਨੂੰ ਫੜ ਲਵਾਂਗੇ। 2018 ਚ ਫਿਰ ਸਿਟ ਬਣਦੀ ਹੈ, ਸਪੈਸ਼ਲ ਟਾਸਕ ਫੋਰਸ ਵੀ ਬਣਦੀ ਹੈ, ਫਿਰ
ਤੇ ਉਹਦੀਆਂ ਜਿਹੜੀਆਂ 3 ਰਿਪੋਰਟਾਂ ਨੇ ਹਾਈ ਕੋਰਟ 'ਚ 5 ਸਾਲ ਪੈਂਡਿੰਗ ਪਈਆਂ ਰਹਿੰਦੀਆਂ। ਸੋ ਇਹ ਸਾਰਾ ਰਲਾ ਮਿਲਾ ਕੇ ਜਿਹੜਾ ਇਹ ਸਿਲਸਿਲਾ ਇਹ ਕਰਦਾ ਹੈ ਕਿ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਬੜੀ ਡੂੰਘੀ ਹੈ। ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਤੁਸੀਂ ਕੀ ਤੁਹਾਡੀ ਕਿਉਂਕਿ ਸਟੱਡੀ ਤੁਸੀਂ ਗੱਲ ਕਹਿਣ ਲੱਗੇ ਸੀਗੇ ਕਿ ਤੁਸੀਂ ਸਿਰਫ ਇਸ ਕਰਕੇ ਨਹੀਂ ਕੀਤੀ ਕਿ ਤੁਹਾਨੂੰ ਪਤਾ ਲੱਗ ਸਕੇ ਕਿੰਨੇ ਲੋਕ ਨਸ਼ਾ ਕਰਦੇ ਨੇ, ਬਲਕਿ ਤੁਸੀਂ ਸਟੱਡੀ ਇਸ ਕਰਕੇ ਕੀਤੀ ਕਿ ਤੁਹਾਨੂੰ ਇਹ ਡਾਟਾ ਸਾਹਮਣੇ ਆਵੇ ਕਿ ਨਸ਼ਾ ਕਰਨ ਦੇ ਪਿੱਛੇ ਕਾਰਨ ਕੀ ਨੇ, ਇਹਦੀ ਇੰਪਲੀਕੇਸ਼ਨਸ ਕੀ ਹੋ ਰਹੀਆਂ ਨੇ। ਥੋੜ੍ਹੀਆਂ ਜਿਹੀਆਂ ਸਾਂਝੀਆਂ ਕਰੋ, ਫਿਰ ਅੱਗੇ ਮੈਂ ਤੁਹਾਡੇ ਕੋਲ ਇੱਕ ਰਿਕਮੈਂਡੇਸ਼ਨਸ ਵੀ ਪੁੱਛਣੀਆਂ ਕਿ ਤੁਸੀਂ ਕੀ ਸੋਚਦੇ ਹੋ ਕਿ ਕਿਵੇਂ ਸਹੀ ਹੋਣਾ ਚਾਹੀਦਾ ਹੈ, ਕਿਉਂ ਨਸ਼ਾ ਕਰਦੇ ਨੇ ਲੋਕ। ਦੇਖੋ, ਏਦਾਂ ਹੈ ਕਿ ਅਸੀਂ ਕਾਫੀ ਡਿਫਰੈਂਟ ਐਂਗਲਸ ਤੋਂ ਸਟੱਡੀ ਕੀਤੀ ਹੈ। ਉਹਦੇ ਵਿੱਚ ਅਸੀਂ ਦੇਖਿਆ ਕਿ ਕੀ ਨਸ਼ਾ ਅਗਲੀ ਜਨਰੇਸ਼ਨ ਇਸ ਕਰਕੇ ਤਾਂ ਨਹੀਂ ਕਰਦੀ ਕਿ ਪਹਿਲੀ ਜਿਹੜੀ ਪੀੜ੍ਹੀ ਹੈ ਉਹ ਨਸ਼ੇ ਕਰ ਰਹੀ ਹੈ। ਉਹਦੇ ਵਿੱਚ ਕਾਫੀ ਘਰਾਂ 'ਚ ਇਹ ਪਾਇਆ ਗਿਆ ਕਿ ਕਿਤੇ ਨਾ ਕਿਤੇ ਜਿੱਥੇ ਕੋਈ ਚਾਚਾ, ਪਿਓ ਜਾਂ ਦਾਦਾ ਨਸ਼ਾ ਕਿਸੇ ਕਿਸਮ ਦਾ ਨਸ਼ਾ ਕਰਦਾ, ਉਹ ਨਾਰਮਲੀ ਅਲਕੋਹਲ ਦਾ ਨਸ਼ਾ, ਤੇ ਉਸ ਤੋਂ ਬਾਅਦ ਜਿਹੜਾ ਯੂਥ ਹੈ ਉਹ ਉਸ ਤੋਂ ਸ਼ੁਰੂ ਹੋ ਕੇ ਸਿੰਥੈਟਿਕ ਤੇ ਅੱਗੇ ਬਹੁਤ ਸੀਰੀਅਸ ਨਸ਼ੇ ਤੱਕ ਜਿਹੜਾ ਪਹੁੰਚਦਾ ਹੈ। ਤੇ ਇਹਦੇ ਜਿਹੜੇ ਮੁੱਖ ਕਾਰਨ ਹੈ ਉਹ ਇੱਕ ਸਪਲਾਈ ਸਾਈਡ ਤੋਂ, ਇੱਕ ਡਿਮਾਂਡ ਸਾਈਡ ਤੋਂ। ਇਹ ਬਹੁਤ ਇੰਟਰਸਟਿੰਗ ਸਟੋਰੀ ਹੈ ਕਿ ਜਿਹੜੇ ਲੋਕ, ਇੱਕ ਗੱਲ ਮੈਂ ਪਹਿਲਾਂ ਉਸ ਤੋਂ ਕਹਿ ਦਿਆਂ ਕਿ ਇਹ ਜਿਹੜੇ ਡਰੱਗ ਦਾ ਸਪਲਾਈ ਹੈ ਇਹਦੇ ਵਿੱਚ ਬਹੁਤ ਪੈਸਾ ਇਨਵੋਲਵਡ ਹੈ। ਮਤਲਬ ਇੱਕ ਜਿਹੜੀ ਕਿਲੋ ਹੈ ਉਹ ਕਰੋੜਾਂ ਤੱਕ ਪਹੁੰਚ ਜਾਂਦਾ ਹੈ ਨਸ਼ਾ ਜਿਹੜਾ, ਜਾਂ ਅਰਬਾਂ ਤੱਕ ਪਹੁੰਚ ਜਾਂਦਾ ਹੈ। ਸੋ ਇਹ ਜਿਹੜਾ ਪੈਸਾ ਇਨਵੋਲਵਡ ਹੈ, ਇਸ ਕਰਕੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਕਿਉਂ ਨਾ ਇਹਦੇ ਵਿੱਚ ਪੈਸਾ ਜਿਹੜਾ ਉਹ ਬਣਾਇਆ ਜਾਵੇ। ਸੋ ਇੱਕ ਤਾਂ ਉਹ ਸਪਲਾਈ ਸਾਈਡ ਦਾ ਹੈਗਾ ਕਿ ਲੋਕ ਨਸ਼ਿਆਂ ਤੇ, ਉਸ ਜਿਹੜੇ ਡਰੱਗ ਸਪਲਾਇਰ ਨੇ, ਸਮਗਲਰ ਨੇ, ਉਹ ਨਸ਼ਿਆਂ ਤੇ ਲਾਉਂਦੇ ਨੇ ਤੇ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਦਿੰਦੇ, ਸਕੂਲ ਦੇ ਲੈਵਲ ਤੋਂ ਹੀ। ਉਹ ਸਪਲਾਈ ਸਾਈਡ ਤੋਂ। ਦੂਜਾ ਹੈ ਡਿਮਾਂਡ ਸਾਈਡ, ਕਿ ਬੱਚੇ ਜਦੋਂ ਇੱਕ ਵਾਰੀ ਅਲੜ ਵਰੇਸ 'ਚ ਲੱਗ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਜਿਹੜਾ ਹੌਲੀ ਹੌਲੀ ਲੱਤ ਲੱਗ ਜਾਂਦੀ ਹੈ ਤੇ ਉਹ ਫਿਰ ਇਸ ਪਾਸੇ ਤੁਰ ਜਾਂਦੇ ਨੇ। ਸੋ ਜਦੋਂ ਉਹ ਹੁੰਦਾ ਤੇ ਫਿਰ ਪੀਅਰ ਪ੍ਰੈਸ਼ਰ ਆਉਂਦਾ ਹੈ। ਤੁਸੀਂ ਆਪਣੀ ਸ਼ੁਰੂਆਤੀ ਗੱਲ 'ਚ ਇੱਕ ਗੱਲ ਕਹੀ ਸੀ ਕਿ ਉਹ ਫਿਰ ਆਪਣੇ ਆਪ ਐਲੀਵੇਟਡ ਫੀਲ ਕਰਦੇ ਨੇ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਆਪਣੇ ਪੀਅਰ ਗਰੁੱਪ ਦੀ ਗੱਲ ਨਾ ਮੰਨੀ ਤਾਂ ਅਸੀਂ ਐਲੀਨੇਟ ਹੋ ਜਾਵਾਂਗੇ, ਤੇ ਜੇ ਮੰਨ ਲਵਾਂਗੇ ਤੇ ਐਲੀਵੇਟਡ ਹੋਵਾਂਗੇ। ਸੋ ਆਪਣੇ ਆਪ ਨੂੰ ਅਪਬੀਟ ਹੋਣਗੇ। ਸੋ ਇਸੇ ਕਰਕੇ ਸਾਡਾ ਜਿਹੜਾ ਯੂਥ ਹੈ 14-15 ਸਾਲ ਤੋਂ ਸ਼ੁਰੂ ਹੋ ਕੇ 30-35 ਸਾਲ ਤੱਕ ਏਜ ਦਾ, ਉਹ ਕਾਫੀ ਨਸ਼ਿਆਂ ਦੇ ਵਿੱਚ ਗੁਲਤਾਨ ਹੈ ਕਿਸੇ ਨਾ ਕਿਸੇ ਰੂਪ 'ਚ, ਭਾਵੇਂ ਉਹ ਐਡਿਕਟ ਨਾ ਵੀ ਹੋਣ। ਐਡਿਕਟ ਆਪਾਂ ਉਹਨੂੰ ਕਹਿੰਦੇ ਹਾਂ ਜਦੋਂ ਉਹ ਨਸ਼ਾ ਲੈਣ ਤੋਂ ਬਿਨਾਂ ਰਹਿ ਨਾ ਸਕੇ। ਸ਼ੁਰੂਆਤ ਇਹ ਸ਼ੌਕੀਆ ਤੌਰ ਤੇ ਹੁੰਦੀ ਹੈ, ਫਿਰ ਪੀਅਰ ਪ੍ਰੈਸ਼ਰ ਆਉਂਦਾ ਹੈ, ਫਿਰ ਇੱਕ ਲੈਵਲ ਤੇ ਬੇਰੁਜ਼ਗਾਰੀ ਆਉਂਦੀ ਹੈ, ਵੇਲ ਆਉਂਦੀ ਹੈ, ਤੇ ਇੱਕ ਖਾਸ ਕਿਸਮ ਦਾ ਜਿਹੜਾ ਲੰਪਨ ਕਲਚਰ ਵੀ ਹੈ, ਭਾਵੇਂ ਹਥਿਆਰਾਂ ਦਾ ਕਲਚਰ ਹੈ, ਭਾਵੇਂ ਨਸ਼ਿਆਂ ਦਾ ਕਲਚਰ ਹੈ, ਭਾਵੇਂ ਉਹ ਫਿਲਮਾਂ ਰਾਹੀਂ ਹੈ, ਭਾਵੇਂ ਲੋਕ ਗੀਤਾਂ ਰਾਹੀਂ, ਉਹ ਸਾਹਮਣੇ ਆਉਂਦਾ ਤੇ ਉਹਦੇ ਫਿਰ ਸ਼ਿਕਾਰ ਹੋ ਜਾਂਦੇ ਨੇ। ਤੇ ਉਹਦੇ ਵਿੱਚ ਫਿਰ ਪੈਟਰਨਾਈਜੇਸ਼ਨ ਹੁੰਦੀ ਹੈ ਸਿਸਟਮ ਦੇ। ਮੈਂ ਇੱਕ ਦੱਸਣਾ ਚਾਹਾਂਗਾ ਇਸੇ ਗੱਲਬਾਤ ਦੌਰਾਨ ਕਿ ਇਹ ਸਿਸਟਮਿਕ ਸੋਸ਼ਲ ਪ੍ਰੋਬਲਮ ਹੈ। ਇਹ ਤੰਤਰ ਜਿਹੜਾ ਸਮਾਜਿਕ ਤੰਤਰ ਹੈ, ਆਰਥਿਕ ਤੰਤਰ ਹੈ ਤੇ ਰਾਜਨੀਤਿਕ ਤੰਤਰ ਹੈ, ਸੱਭਿਆਚਾਰ, ਉਹਦੇ ਵਿੱਚ ਇਹ ਘਰ ਘਰ ਗਿਆ ਪ੍ਰੋਬਲਮ ਜਿਹੜੀ। ਤੇ ਬਹੁਤ ਸਾਰੇ ਜਿਹੜੇ ਨਸ਼ੇ ਨੇ ਉਹ, ਜਿਵੇਂ ਪੰਜਾਬ ਦੇ ਵਿੱਚ ਅਲਕੋਹਲ ਹੈ ਜਾਂ ਹੋਰ ਕਈ ਸੂਬਿਆਂ 'ਚ ਅਲਕੋਹਲ ਹੈ, ਉਹਨੂੰ ਅਸੀਂ ਸੋਸ਼ਲ ਸੈਂਕਸ਼ਨ ਕਿਸੇ ਨਾ ਕਿਸੇ ਰੂਪ 'ਚ ਦਿੱਤੀ ਹੋਈ ਹੈ। ਜੇ ਆਪਾਂ ਅਲਕੋਹਲ ਦੀ ਗੱਲ ਕਰੀਏ ਤਾਂ ਕੇਰਲਾ 'ਚ ਪੰਜਾਬ ਤੋਂ ਪਰ ਕੈਪੀਟਾ ਜ਼ਿਆਦਾ ਹੁੰਦੀ ਹੈ, ਪਰ ਪੰਜਾਬ ਕਾਫੀ ਬਦਨਾਮ ਹੈ ਇਸ ਮਸਲੇ 'ਚ। ਸੋ ਦੂਸਰੇ ਪਾਸੇ ਉਹਨਾਂ ਨੂੰ ਪੈਟਰਨਾਈਜੇਸ਼ਨ ਵੀ ਹੁੰਦੀ ਹੈ। ਪ੍ਰੋਫੈਸਰ ਸਾਹਿਬ, ਜਿਹੜੀ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਐਡੇ ਵੱਡੇ ਸੈਂਪਲ ਦੇ ਕੋਲ, ਲਗਭਗ 4000 ਮੈਂ ਮੰਨ ਲੈਂਦੇ ਹਾਂ, ਕਿਉਂਕਿ ਜਦੋਂ ਤੁਸੀਂ ਇਹਨਾਂ ਡਰੱਗ ਐਡਿਕਟਸ ਦੇ ਕੋਲ ਗਏ ਹੋ ਜਾਂ ਜਿੱਦਾਂ ਤੁਸੀਂ ਆਪਣਾ ਸੈਂਪਲ ਇਕੱਠਾ ਕੀਤਾ ਹੈ, ਤੁਹਾਨੂੰ ਇਹਨਾਂ ਨੇ ਆਪਣੀਆਂ ਪ੍ਰੋਬਲਮਸ ਵੀ ਦੱਸੀਆਂ, ਆਪਣੀਆਂ ਦਿੱਕਤਾਂ ਵੀ ਦੱਸੀਆਂ, ਇਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨੂੰ ਨਸ਼ਾ ਮਿਲਦਾ ਕਿੱਥੋਂ ਹੈ? ਜਿਹੜਾ ਤੁਸੀਂ ਕਿਹਾ ਕਿ ਇਹ ਪਿੱਛੇ ਕਾਰਨ ਕੀ ਹੈ, ਇਹ ਬਹੁਤ ਵੱਡੇ ਕਾਰਨ ਇਹ ਨੇ ਕਿ ਜਦੋਂ ਉਹ ਨਸ਼ਾ ਕਰਦੇ ਨੇ ਤਾਂ ਉਹ ਬੜੇ ਐਲੀਵੇਟਡ ਫੀਲ ਕਰਦੇ ਨੇ। ਇਹਦੇ ਵਿੱਚ ਜਿਹੜੇ ਇੱਕ ਅਸੀਂ, ਜਿਹੜਾ ਤੁਸੀਂ ਕਿਹਾ ਕਿ ਤੁਹਾਡੇ ਨਾਲ ਬੜੀਆਂ ਗੱਲਾਂ ਸ਼ੇਅਰ ਕੀਤੀਆਂ ਹੋਣਗੀਆਂ, ਅਸੀਂ 40 ਦੇ ਕਰੀਬ ਬਹੁਤ 1 to 1 ਹਾਰਟ ਟੂ ਹਾਰਟ ਕੇਸ ਸਟੱਡੀਜ਼ ਕੀਤੀਆਂ ਨੇ, ਜਿਹਦੇ ਵਿੱਚ ਯੰਗ ਗਰਲਸ ਵੀ ਸੀ, ਵਿਡੋ ਸਨ, ਤੇ ਜਿਹੜੇ ਯੰਗ ਜਿਹੜੇ ਐਡਿਕਟਸ ਵੀ ਸਨ।
ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਕਿਸਮ ਦੇ ਸਰਕਮਸਟੈਂਸਸ ਜਿਹੜੇ ਨੇ ਉਹ ਉਹਨਾਂ ਨੂੰ ਇਸ ਲੈਵਲ ਤੇ ਲੱਗੇ। ਕਈ ਤਾਂ ਲਵ ਅਫੇਅਰਸ ਵਿੱਚ ਫੇਲ ਹੋ ਗਏ, ਕਈ ਮੈਰਿਜ ਆਪਣੀ ਮਰਜ਼ੀ ਥਾਂ ਨਹੀਂ ਕਰ ਸਕੇ, ਕਈ ਆਪਣਾ ਮਤਲਬ ਜਿਹੜਾ ਉਹਨਾਂ ਦੇ ਪੇਰੈਂਟਸ ਦੇ ਆਪਸ ਵਿੱਚ ਰਿਲੇਸ਼ਨਸ ਠੀਕ ਨਹੀਂ ਸਨ, ਉਹਨਾਂ ਦਾ ਇੰਪੈਕਟ ਪਿਆ। ਕਈ ਕਿ ਜਿਹੜੇ ਬੱਚੇ ਨੇ ਇਗਨੋਰ ਹੋਈ ਉਹਨਾਂ ਉਹ ਇੰਪੈਕਟ ਪਿਆ, ਤੇ ਕੁਝ ਅਨਐਮਪਲੋਇਮੈਂਟ ਤੇ ਘਰ ਦੇ ਜਿਹੜੇ ਹਾਲਾਤ ਨੇ ਉਹਨਾਂ ਕਰਕੇ ਵੀ ਜਿਹੜਾ ਇੰਪੈਕਟ ਪਿਆ। ਤੇ ਹੌਲੀ ਹੌਲੀ ਉਹ ਇਸ ਪਾਸੇ ਵਹਿ ਤੁਰੇ। ਤੇ ਅਸੀਂ ਕੋਈ ਜਿਹੜੀ 40 ਕੇਸ ਸਟੱਡੀਜ਼ ਨੇ ਉਹ ਵੀ ਅਸੀਂ ਆਪਣੀ ਸਟੱਡੀ 'ਚ ਲਿਸਟ ਕੀਤੀਆਂ, 450 ਪੇਜ ਦੀ ਸਟੱਡੀ ਹੈ। ਉਹਦੇ ਵਿੱਚ ਬਹੁਤ ਜਿਹੜੇ ਆ ਰੌਂਗਟੇ ਖੜੇ ਕਰਨ ਵਾਲੇ ਜਿਹੜੇ ਸਾਡੇ ਕੋਲ ਤੱਥ ਜਿਹੜੇ ਨੇ ਉਹ ਲੋਕਾਂ ਨੇ ਸ਼ੇਅਰ ਕੀਤੇ ਨੇ। ਤੇ ਉਹਦੇ ਵਿੱਚ ਇੱਥੋਂ ਤੱਕ ਵੀ ਕਿ ਜਦੋਂ ਨਸ਼ੇ ਦੀ ਤੋੜ ਆਉਂਦੀ ਹੈ ਤਾਂ ਉਹ ਆਪਣੇ ਰਿਸ਼ਤੇ ਵੀ ਭੁੱਲ ਜਾਂਦੇ ਨੇ ਕਿ ਮਾਂ ਨਾਲ, ਭੈਣ ਨਾਲ, ਪਿਓ ਨਾਲ ਕੀ ਰਿਸ਼ਤਾ ਹੈ ਉਹ ਵੀ ਭੁੱਲ ਜਾਂਦੇ ਨੇ। ਤੇ ਇਹ ਸਾਰਾ ਸਿਲਸਿਲਾ ਜਿਹੜਾ ਹੈ ਉਹ ਅਸੀਂ ਇਹਦੇ ਵਿੱਚ ਸਟੱਡੀ ਕੀਤਾ ਹੈ। ਤੇ ਨਾਲ ਇਹਦੇ ਵਿੱਚ ਇਹ ਹੈ ਕਿ ਪਿੱਛੇ ਕਿਹੜੀਆਂ ਤਾਕਤਾਂ ਨੇ। ਮੇਰਾ ਇਹ ਸਵਾਲ ਤੁਹਾਡੇ ਵੱਲ ਸੀਗਾ ਕਿ ਕੀ ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਖੋਲ ਕੇ ਦੱਸਿਆ ਕਿ ਉਹਨਾਂ ਨੂੰ ਨਸ਼ਾ ਮਿਲਦਾ ਕਿੱਥੋਂ ਆ, ਕਿੱਥੋਂ ਸਪਲਾਈ ਹੁੰਦਾ ਉਹਨਾਂ ਨੂੰ, ਜਾਂ ਜਿਹੜਾ ਪੋਲੀਟੀਕਲ ਐਂਡ ਪੁਲਿਸ ਦਾ ਨੈਕਸਸ ਕਿਹਾ ਜਾਂਦਾ, ਏਦਾਂ ਦੀਆਂ ਕੁਝ ਗੱਲਾਂ ਤੁਹਾਡੇ ਸਾਹਮਣੇ ਨਿਕਲੀਆਂ ਕਿਤੇ? ਦੇਖੋ, ਜਿੱਥੋਂ ਤੱਕ ਤਾਂ ਉਹਨਾਂ ਨੂੰ ਨਸ਼ਾ ਮਿਲਣ ਦਾ ਸੰਬੰਧ ਹੈ ਉਹ ਤਾਂ ਉਹਨਾਂ ਨੂੰ ਪੈਡਲਰਸ ਰਾਹੀਂ ਮਿਲਦਾ, ਜਿਹੜੇ ਡੋਰ ਟੂ ਡੋਰ ਜਾਂ ਉਹਨਾਂ ਨੂੰ ਥਾਂ ਤੇ ਜਾ ਕੇ ਜਾਂ ਉਹ ਦੱਸਦੇ ਨੇ ਕਿ ਇੱਥੋਂ ਕਲੈਕਟ ਕਰ ਲਓ, ਪੈਡਲਰਸ ਨੇ। ਤੇ ਜਾਂ ਕੈਮਿਸਟ ਸ਼ਾਪ ਨੇ। ਇਹ ਦੋ ਸਾਹਮਣੇ ਜਿਹੜੇ ਆਉਂਦੇ ਨੇ। ਉਹਨਾਂ ਦੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਹੈ ਇਹਦੇ ਪਿੱਛੇ, ਤਾਂ ਉਹਨਾਂ ਨੇ ਦੱਸਿਆ ਕਿ ਇਹ ਨਸ਼ਾ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਤੋਂ ਲੈ ਕੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਇਲੈਕਸ਼ਨਾਂ 'ਚ ਯੂਜ਼ ਕਰਦੀਆਂ ਨੇ, ਤੇ ਉੱਥੇ ਵੀ ਉਹ ਨਸ਼ਾ ਕਿਸੇ ਨਾ ਕਿਸੇ ਰੂਪ 'ਚ ਵੋਟਾਂ ਲੈਣ ਲਈ ਵੰਡਦੀਆਂ ਨੇ। ਨਾਲ ਉਹਨਾਂ ਨੇ ਦੱਸਿਆ ਸਾਨੂੰ, ਅਸੀਂ ਕੇਵਲ ਅਸੀਂ ਡਰੱਗ ਐਡਿਕਟਸ ਤੇ ਡਿਪੈਂਡ ਨਹੀਂ ਕੀਤਾ, ਉਹਨਾਂ ਦੇ ਪੇਰੈਂਟਸ ਨੂੰ ਵੀ ਤੇ ਨਾਨ ਡਰੱਗ ਐਡਿਕਟਸ ਨੂੰ ਵੀ ਅਸੀਂ ਸਟੱਡੀ ਕੀਤਾ। ਤੇ ਨਾਲ ਅਸੀਂ 85 ਦੇ ਕਰੀਬ ਜਿਹੜੇ ਸਪੈਸ਼ਲ ਫੋਕਸ ਜਿਹੜਾ FCD ਜਿਹੜਾ ਫੋਕਸ ਗਰੁੱਪ ਡਿਸਕਸ਼ਨ ਵੀ ਕੀਤੀਆਂ, ਜਿਹਦੇ ਵਿੱਚ ਬਹੁਤ ਵੱਡਾ ਸਾਡਾ ਦਾਇਰਾ ਸੀ, ਰਿਲੀਜੀਅਸ ਇੰਸਟੀਟਿਊਸ਼ਨ ਤੋਂ ਲੈ ਕੇ ਸੋਸ਼ਲ ਇੰਸਟੀਟਿਊਸ਼ਨਸ ਦਾ, ਜਿਹੜੇ ਡਰੱਗ ਡੀ ਐਡਿਕਸ਼ਨ ਰੀਹੈਬਿਲਿਟੇਸ਼ਨ ਦੇ ਜਿਹੜੇ ਤੁਹਾਡੇ ਸੈਂਟਰਾਂ ਦੇ ਇੰਚਾਰਜ ਸੀ, ਡਾਕਟਰ ਸੀ, ਹੈਲਥ ਵਰਕਰ ਸੀਗੇ, ਪੁਲਿਸ ਅਫਸਰ ਸਨ ਜਾਂ ਹੋਰ ਲੋਕ ਸਨ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕੀਤਾ। ਉਹਨਾਂ ਨੇ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਇਹ ਦੱਸਿਆ ਕਿ ਇਹਦੇ ਪਿੱਛੇ ਬਹੁਤ ਵੱਡਾ ਇੱਕ ਨੈਕਸਸ ਹੈ, ਅਨਹੋਲੀ ਨੈਕਸਸ। ਉਹ ਨੈਕਸਸ ਇਹ ਹੈ ਕਿ ਪੋਲੀਟੀਕਲ ਲੀਡਰ, ਪੁਲਿਸ ਤੇ ਸਮਗਲਰ ਵੱਡੇ, ਉਹਨਾਂ ਦਾ ਨੈਕਸਸ ਆਪਸ ਵਿੱਚ, ਤੇ ਉਹ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ, ਇੱਕ ਦੂਜੇ ਨੂੰ ਪ੍ਰੋਟੈਕਟ ਕਰਦੇ ਨੇ ਤੇ ਆਪਣਾ ਹਿੱਸਾ ਵੀ ਲੈਂਦੇ ਨੇ। ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਲੈਵਲ, ਕਿਸੇ ਲੈਵਲ ਤੇ ਜਿਹੜੀ ਸਿਵਲ ਬਿਊਰੋਕ੍ਰੇਸੀ ਹੈ ਉਹ ਵੀ ਕਿਸੇ ਨਾ ਕਿਸੇ ਰੂਪ 'ਚ ਸ਼ਟਲ ਤਰੀਕੇ ਨਾਲ ਉਹਨਾਂ ਦੀ ਹੈਲਪ ਕਰਦੀ ਹੈ, ਤੇ ਉਹ ਵੀ ਕਿਸੇ ਨਾ ਕਿਸੇ ਰੂਪ 'ਚ ਆਪਣਾ ਹਿੱਸਾ ਲੈਂਦੇ ਨੇ। ਸੋ ਇਹ ਜਿਹੜਾ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ 2017 ਦੇ ਵਿੱਚ ਜਦੋਂ ਅਸੀਂ ਸਟੱਡੀ ਸ਼ੁਰੂ ਕੀਤੀ ਤਾਂ ਇਹ ਮੀਡੀਆ 'ਚ ਆਇਆ, ਕਿਉਂਕਿ ਵੱਡੀ ਸਟੱਡੀ ਸੀ ਔਰ ਬੜੀ ਸੈਂਸਿਟਿਵ ਸਟੱਡੀ ਸੀ। ਉਹ ਖਬਰ ਪੜ੍ਹ ਕੇ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਮੈਨੂੰ ਹੈਂਡ ਰਿਟਨ ਲੈਟਰ ਆਉਂਦਾ ਹੈ, ਜਿਹੜਾ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਵੀ ਭੇਜਿਆ, ਪ੍ਰੈਜ਼ੀਡੈਂਟ ਨੂੰ ਭੇਜਿਆ, ਪੰਜਾਬ ਦੇ CM ਨੂੰ ਭੇਜਿਆ, 14-15 ਥਾਵਾਂ ਤੇ ਭੇਜਿਆ, ਹਾਈ ਕੋਰਟ ਨੂੰ ਵੀ, ਮੈਨੂੰ ਵੀ ਉਹਨਾਂ ਨੇ ਭੇਜ ਦਿੱਤਾ। ਕ੍ਰੈਡਿਟ 'ਚ ਮੇਰੇ ਕੋਲ ਕਾਪੀ ਵੀ ਪਈ ਹੈ ਜੀ। ਉਹਦੇ ਵਿੱਚ ਕੋਈ 40-50 ਬੰਦਿਆਂ ਦੇ ਫੋਨ ਨੰਬਰ ਨਾਂ ਦਿੱਤੇ ਹੋਏ ਸੀ, ਜਿਨ੍ਹਾਂ ਵਿੱਚ ਕਾਉਂਸਲਰ ਵੀ ਸਨ ਤੇ ਕੁਝ ਪੋਲੀਟੀਕਲ ਬੈਕ, ਕਿ ਆਹ ਬੰਦੇ ਨੇ ਇਸ ਜ਼ਿਲ੍ਹੇ 'ਚ ਜਿਹੜੇ ਇਹ ਨਸ਼ਾ ਸਪਲਾਈ ਕਰਦੇ। ਸੋ ਇਹ ਸਾਡੀ ਜਿਹੜੀ ਸਟੱਡੀ ਹੈ, ਕਿਉਂਕਿ ਰਿਸਰਚ ਐਥਿਕਸ ਇਹ ਕਹਿੰਦੇ ਕਿ ਅਸੀਂ ਨਾ ਕੋਈ ਨਸ਼ਰ ਨਹੀਂ ਕੀਤਾ, ਪਰ ਇਹ ਅਸੀਂ ਜ਼ਰੂਰ ਲਿਖਿਆ ਕਿ ਸਾਨੂੰ ਇਹ ਲੋਕਾਂ ਨੇ ਨਾ ਵੀ ਦੱਸੇ ਨੇ, ਪਰ ਅਸੀਂ ਆਪਣੀ ਸਟੱਡੀ ਦੇ ਵਿੱਚ ਨਾ ਉਹ ਜ਼ਿਕਰ ਕੋਈ ਨਹੀਂ ਕੀਤਾ। ਪਰ ਇਹ ਉਹਨਾਂ ਨੇ ਜ਼ਰੂਰ ਕਿਹਾ ਕਿ ਐਡੇ ਵੱਡੇ ਪੱਧਰ ਤੇ ਨਸ਼ੇ ਦੀ ਸਪਲਾਈ ਤੇ ਐਨੇ ਧੜੱਲੇ ਨਾਲ ਨਹੀਂ ਹੋ ਸਕਦੀ ਜੇ ਇਹ ਅਨਹੋਲੀ ਨੈਕਸਸ
ਪੋਲੀਟੀਸ਼ੀਅਨਸ ਦੇ ਵਿੱਚ ਪੁਲਿਸ ਤੇ ਸਮਗਲਰ ਵੱਡੇ ਜਿਹੜੇ ਉਹਨਾਂ 'ਚ ਨਾ ਹੋਵੇ। ਤੇ ਇਹ ਜਿਹੜਾ ਸਿਲਸਿਲਾ ਹੈ ਇਹਦੇ 'ਚ ਪੈਸਾ ਬਹੁਤ ਇਨਵੋਲਵਡ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ 2019 'ਚ ਜਦੋਂ ਅਸੀਂ ਵੈਸੇ ਤਾਂ 2022 'ਚ ਅਸੀਂ ਤੱਕ ਇਹਨੂੰ ਅਪਡੇਟ ਕਰਦੇ ਰਹੇ ਹਾਂ ਸਟੱਡੀ, ਕਿਉਂਕਿ ਛਾਪਣ ਵਾਸਤੇ ਜ਼ਰੂਰੀ ਸੀ। ਹੁਣ ਇਹ ਬੁੱਕ ਫਾਰਮ 'ਚ ਵੀ ਆ ਜਾਏਗੀ। 2019 ਜਦੋਂ ਜੁਲਾਈ 'ਚ ਅਸੀਂ ਇਹ ਪਹਿਲੀ ਰਿਪੋਰਟ ਕੰਪਲੀਟ ਕੀਤੀ ਤਾਂ ਉਸ ਮੌਕੇ ਹੀ 25 ਜੁਲਾਈ ਨੂੰ ਸ਼ਾਇਦ ਚੰਡੀਗੜ੍ਹ 'ਚ 8 ਸਟੇਟਾਂ ਦਾ ਇੱਕ ਡਰੱਗਸ ਤੇ 8 ਚੀਫ ਮਿਨਿਸਟਰਾਂ ਦੀ ਕਾਨਫਰੰਸ ਹੋਈ ਸੀ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਉਸ ਵੇਲੇ ਦੇ STF ਦੇ ਹੈੱਡ ਸੀ ADGP ਮਿਸਟਰ ਹਰਪ੍ਰੀਤ ਸਿੰਘ ਸਿੱਧੂ, ਉਹਨਾਂ ਨੇ ਮੈਨੂੰ ਕਿਹਾ ਕਿ ਉਹ ਕਿਉਂਕਿ ਸਾਡੀ ਸਟੱਡੀ ਦੀ ਪ੍ਰੈਸ ਮੀਡੀਆ 'ਚ ਕਵਰੇਜ ਬਹੁਤ ਹੋ ਚੁੱਕੀ ਸੀ ਹਫ਼ਤਾ ਪਹਿਲਾਂ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆ ਕੇ ਸਾਨੂੰ ਇਹ ਤੇ ਬਰੀਫ ਕਰੋ। ਤੁਸੀਂ ਵੀ, ਹਾਲਾਂਕਿ ਉਹ ਪਿਓਰਲੀ ਗਵਰਨਮੈਂਟ ਦਾ ਫੰਕਸ਼ਨ ਸੀ, ਕੋਈ ਉਹਦੇ ਵਿੱਚ ਐਕੈਡੈਮਿਕਸ, ਕੋਈ ਯੂਨੀਵਰਸਿਟੀ, ਕੋਈ ਰਿਸਰਚ ਇੰਸਟੀਚਿਊਟ ਨਹੀਂ ਬੁਲਾਈ, ਸਿਰਫ ਕ੍ਰੈਡਿਟ ਉਹਨਾਂ ਦਾ ਹੈ। ਤੇ ਮੈਂ ਉੱਥੇ ਬਰੀਫਿੰਗ ਵੀ ਕੀਤੀ। ਉੱਥੇ ਚੀਫ ਮਿਨਿਸਟਰਸ ਕੁਛ ਨੇ ਮੰਨਿਆ ਕਿ ਇਹਦੇ ਬਹੁਤ ਵੱਡਾ ਪੈਸਾ ਇਨਵੋਲਵਡ ਹੈ, ਜਿਸ ਕਰਕੇ ਇਹਨਾਂ ਸੌਖਾ ਕੰਮ ਨਹੀਂ ਹੈ ਇਹਨੂੰ ਕੰਟਰੋਲ ਕਰਨਾ। ਸੋ ਇਹ ਆਪਣੇ ਆਪ 'ਚ ਇੱਕ ਟੈਸਟੀਮੋਨੀ ਹੈ। ਤੇ ਹੁਣ ਜੋ ਕੁਛ ਹੋਇਆ ਪਿਛਲੇ ਦਿਨਾਂ 'ਚ ਜਦੋਂ ਆ ਰਿਪੋਰਟਾਂ ਖੁੱਲੀਆਂ ਨੇ, ਤਾਂ ਉਹਦੇ 'ਚੋਂ ਸਾਡੇ ਇਹ ਜਿਹੜੀ ਫਾਈਂਡਿੰਗਸ ਨੇ ਉਹਦੇ 'ਚ ਸਪੋਰਟ ਹੋ ਗਈ ਹੈ ਕਿ ਇੱਕ AIG ਲੈਵਲ ਦਾ ਅਫਸਰ, ਪੁਲਿਸ ਅਫਸਰ, ਉਹਦੇ 'ਚ ਡਿਸਮਿਸ ਹੁੰਦਾ ਹੈ। ਇੱਕ ਇੰਸਪੈਕਟਰ ਉਹਦੇ 'ਚ ਪਹਿਲਾਂ ਹੀ ਡਿਸਮਿਸਡ ਹੈ। ਕੋਈ ਹੋਰ ਬੰਦੇ ਇਨਵੋਲਵ ਨੇ, ਪਰ ਅਜੇ ਤੱਕ ਵੀ ਮੈਂ ਇਹ ਸਮਝਦਾ ਕਿ ਸਰਕਾਰ ਉੱਥੋਂ ਤੱਕ ਨਹੀਂ ਪਹੁੰਚ ਸਕੀ ਜਾਂ ਪਹੁੰਚਣਾ ਨਹੀਂ ਚਾਹੁੰਦੀ ਕਿ ਉਹਦੇ ਉੱਪਰ ਤੱਕ ਤਾਰਾਂ ਕਿੱਥੇ ਜੁੜਦੀਆਂ ਨੇ। ਤੇ ਜੇ ਜਿੰਨਾ ਚਿਰ ਤੱਕ ਇਹ ਤਾਰਾਂ ਨਾ ਤੋੜੀਆਂ ਗਈਆਂ ਜਾਂ ਉਹਨਾਂ ਨੂੰ ਨਸ਼ਰ ਨਾ ਕੀਤਾ ਗਿਆ ਜਾਂ ਐਕਸਪੋਜ਼ ਨਾ ਕੀਤਾ ਗਿਆ, ਤਾਂ ਇਹ ਸਪਲਾਈ ਸਾਈਡ ਇੰਟਰਨਲ ਟੁੱਟਣੀ ਨਹੀਂ। ਜਿਹੜੀ ਐਕਸਟਰਨਲ ਸਪਲਾਈ ਸਾਈਡ ਹੈ, ਮੈਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਇਹ ਜਿਹੜੀ ਗੋਲਡਨ ਕ੍ਰੈਸੈਂਟ ਹੈ, ਈਰਾਨ, ਅਫਗਾਨਿਸਤਾਨ ਤੇ ਪਾਕਿਸਤਾਨ ਵਾਲੀ, ਇਹ ਤਾਂ ਤੁਹਾਡੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਲੱਗੀਆਂ ਨੇ ਉਹ ਤਾਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ। ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜੇ ਉਹ ਐਡੇ ਵੱਡੇ ਪੱਧਰ ਤੇ ਚੋਰੀ ਛਿਪੇ ਨਹੀਂ ਸਮਗਲਿੰਗ ਹੋ ਸਕਦੀ, ਕਿਤੇ ਨਾ ਕਿਤੇ ਉਹਨਾਂ ਦੀ ਟੇਸਿਡ ਸਪੋਰਟ, ਡਾਇਰੈਕਟ ਇਨਡਾਇਰੈਕਟ ਇਨਵੋਲਵਮੈਂਟ ਵੀ ਹੋ ਸਕਦੀ ਹੈ। ਔਰ ਇਹ ਜਿਹੜਾ ਪਠਾਨਕੋਟ ਵਾਲਾ ਕੇਸ ਹੈ, ਜਿਹੜਾ ਪਠਾਨਕੋਟ ਜਿਹੜਾ ਟੈਰਰ ਅਟੈਕ ਹੋਇਆ ਸੀ, ਔਰ ਉਸ ਤੋਂ ਬਾਅਦ ਆਫੀਸਰ ਜਿਹੜਾ ਸੀ ਉਹ ਵਿੱਚੇ ਕਾਫੀ ਹੱਦ ਤੱਕ ਇਸ ਗੱਲ ਨੂੰ ਨਸ਼ਰ ਕਰਦਾ ਹੈ। ਇੰਦਰਜੀਤ ਦਾ, ਇੰਸਪੈਕਟਰ ਇੰਦਰਜੀਤ ਦਾ ਕੇਸ ਵੀ ਬਹੁਤ ਕੁਝ ਖੋਲਦਾ ਹੈ ਕਿ ਕਿਵੇਂ ਉਹ ਆਪਣੇ ਲਿੰਕਸ ਤੋਂ ਨਸ਼ਾ ਇੱਧਰ ਮੰਗਵਾਉਂਦਾ ਸੀ ਔਰ ਉਹਦੇ ਵਿੱਚ ਫਿਰ ਝੂਠ ਲੋਕਾਂ ਨੂੰ ਫਸਾਉਂਦਾ ਸੀ। ਲੇਕਿਨ ਪ੍ਰੋਫੈਸਰ ਸਾਹਿਬ, ਕਿਤੇ ਨਾ ਕਿਤੇ ਜਿਹੜਾ ਪੰਜਾਬ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਜਿਹੜੀ ਕਾਰਵਾਈ ਹੈ, ਕੀ ਉਹਦੇ ਨਾਲ ਤੁਸੀਂ ਖੁਸ਼ ਹੋ? ਜਾਂ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੀ ਸਟੱਡੀ ਕੀ ਕਹਿੰਦੀ ਹੈ ਕਿ ਕਿਹੋ ਜਿਹੀ ਕਾਰਵਾਈ, ਕੀ ਰეკਮੈਂਡੇਸ਼ਨਸ ਤੁਸੀਂ ਆਪਣੀ ਸਮਝ ਦੇ ਵਿੱਚੋਂ ਸਾਰਿਆਂ ਨੇ ਉੱਥੋਂ ਦਿੱਤੀਆਂ ਕਿ ਇਹਦੇ ਨਾਲ ਜਿਹੜੀ ਡਰੱਗਸ ਹੈ ਇਹਨੂੰ ਰੋਕਿਆ ਜਾ ਸਕਦਾ ਹੈ? ਦੇਖੋ ਮਨਵੀਰ ਜੀ, ਏਦਾਂ ਹੈ ਕਿ ਇਹਦੇ ਜਿਹੜੇ ਕਾਰਨ ਨੇ ਸਮਾਜਿਕ ਵੀ ਨੇ, ਰਾਜਨੀਤਿਕ ਵੀ ਨੇ ਤੇ ਆਰਥਿਕ ਵੀ ਨੇ। ਜਿੱਥੋਂ ਤੱਕ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, JNK 5 ਸਟੇਟਾਂ ਦੀ ਸਟੱਡੀ ਹੈ। ਮੇਨ ਫੋਕਸ ਇਹਦਾ ਪੰਜਾਬ ਹੀ ਹੈ, ਪਰ ਅਸੀਂ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਸਟੱਡੀ ਕੀਤੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਉਧਰੋਂ ਵੀ ਸਟੱਡੀਆਂ ਨੇ ਨਸ਼ਾ ਆਉਂਦਾ, ਜਿਵੇਂ ਗੁਜਰਾਤ ਤੋਂ ਵੀ ਆਉਂਦਾ, ਹੁਣ ਸੀ ਰੂਟ ਰਾਹੀਂ ਵੀ ਆਉਂਦਾ, ਸਮੁੰਦਰੀ ਰਸਤੇ ਵੀ। ਸੋ ਇਹ ਜਿਹੜਾ ਮੇਨ ਹੈਗਾ ਕਿ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ, ਪਹਿਲੀ ਗੱਲ ਤੇ ਇਹ ਹੈ ਕਿ ਇਹਦੇ ਕਾਰਨਾਂ ਦੀ ਤਹਿ ਤੱਕ ਜਾਣਾ ਪਏਗਾ। ਸਿੰਪਲ ਜਿਹੜਾ ਹੈ ਕੁਝ ਬੰਦਿਆਂ ਨੂੰ ਪਕੜਨ ਨਾਲ, ਕੁਝ ਬੰਦਿਆਂ ਦੀ ਡਿਸਮਿਸਲ ਨਾਲ ਇਹ ਸਪਲਾਈ ਚੇਨ ਨਹੀਂ ਟੁੱਟਣੀ। ਜੇ ਇਹਦੇ ਕਾਰਨਾਂ ਤੱਕ ਨਹੀਂ ਜਾਂਦੇ ਤੇ ਕਾਰਨਾਂ ਨੂੰ ਹੱਲ ਨਹੀਂ ਕਰਦੇ, ਤਾਂ ਇੱਕ ਕੁਝ ਬੰਦਿਆਂ ਨੂੰ ਫੜਨ ਨਾਲ, ਕੁਝ ਨੂੰ ਡਿਸਮਿਸਲ ਕਰਨ ਨਾਲ, ਕੁਝ ਨੂੰ ਈਵਨ ਮਿਨਿਸਟਰ ਵੀ ਤੁਸੀਂ ਅੰਦਰ ਕਰ ਲਓ, ਉਹਦੇ ਨਾਲ ਇਹ ਸਿਲਸਿਲਾ ਖਤਮ ਨਹੀਂ ਹੋਣਾ। ਕਾਰਨ ਜਿਹੜੇ ਨੇ ਉਹ ਸਮਾਜਿਕ ਨੇ, ਕਾਰਨ ਸੱਭਿਆਚਾਰਕ ਨੇ, ਕਾਰਨ ਆਰਥਿਕ ਨੇ। ਆਰਥਿਕ ਕਾਰਨਾਂ ਵਿੱਚ ਜਿਹੜੀ ਬੇਰੁਜ਼ਗਾਰੀ ਤੇ ਪੰਜਾਬ ਦਾ ਆਰਥਿਕ ਸੰਕਟ ਹੈ ਉਹ ਕਾਫੀ ਵੱਡਾ ਹੈ। ਤੇ ਇਹ ਜਿਹੜਾ ਸਿਲਸਿਲਾ ਹੈ ਇਹਨੂੰ ਇਸ ਪਾਸੇ ਐਡਰੈਸ ਕਰਨਾ ਪਏਗਾ। ਡਿਮਾਂਡ ਸਾਈਡ ਤੇ ਇੱਕ ਹੋਰ ਕਰਨਾ ਪਏਗਾ ਕਿ ਜੇ ਸਕੂਲਾਂ ਦੇ ਇਰਦ ਗਿਰਦ ਜਾਂ ਛੋਟੇ ਬੱਚੇ ਜਾਂ ਸਕੂਲ ਡ੍ਰੌਪ ਆਊਟ ਜਿਹੜੇ ਉੱਥੇ ਟਾਰਗੇਟ ਬਣਾਉਂਦੇ ਨੇ ਗਲੋਬਲ ਏਜ 'ਚ, ਉਹਨਾਂ ਨੂੰ ਵੀ ਜਿਹੜਾ ਉਹ ਐਡਰੈਸ ਕਰਨਾ ਪਏਗਾ ਤੇ ਉੱਥੇ ਸਖਤੀ ਵਰਤਣੀ ਪਏਗੀ ਤੇ ਲੋਕਾਂ ਨੂੰ ਅਵੇਅਰ ਵੀ ਕਰਨਾ ਪਏਗਾ
ਭਾਵੇਂ ਉਹ ਰਿਲੀਜੀਅਸ ਆਰਗੇਨਾਈਜੇਸ਼ਨ ਹੋਣ, ਭਾਵੇਂ ਉਹ ਸੋਸ਼ਲ ਗਰੁੱਪਸ ਹੋਣ, ਭਾਵੇਂ ਇਹ ਪੁਲਿਸ ਦੇ ਵੱਸ ਦਾ ਰੋਗ ਨਹੀਂ ਹੈ। ਪੁਲਿਸ ਦਾ ਇੱਕ ਹੋਰ ਤਰ੍ਹਾਂ ਨਾਲ ਸਪਲਾਈ ਸਾਈਡ ਕੰਟਰੋਲ ਕਰ ਸਕਦੀ ਹੈ। ਪੁਲਿਸ ਨੇ ਕੋਈ 3000 25-30,000 ਡਰੱਗ ਐਡਿਕਟਸ ਜਾਂ ਪੈਡਲਰ ਜਿਹੜੇ ਉਹ ਅਰੈਸਟ ਕੀਤੇ ਹੋਏ ਨੇ, ਪਰ ਉਹਦੇ ਨਾਲ ਰੁਕਿਆ ਨਹੀਂ ਹੈ, ਕਿਉਂਕਿ ਦੋ ਮੁੱਖ, ਇੱਕ ਡਿਮਾਂਡ ਸਾਈਡ ਤੋਂ, ਇੱਕ ਸਪਲਾਈ ਸਾਈਡ। ਸਪਲਾਈ ਸਾਈਡ ਜਿਹੜੀ ਆ ਅੰਦਰੂਨੀ ਵੀ ਆ ਤੇ ਬਾਹਰਲੀ ਵੀ ਹੈ, ਤੇ ਉਹ ਜਿੰਨਾ ਚਿਰ ਸਪਲਾਈ ਸਾਈਡ ਦੇ ਸੋਰਸਸ ਆਇਡੈਂਟੀਫਾਈ ਕਰਕੇ ਉਹਨਾਂ ਤੇ ਐਕਟ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਸਖਤੀ ਨਾਲ ਰੋਕਿਆ ਨਹੀਂ ਜਾਂਦਾ, ਉਹਨਾਂ ਨੇ ਇੱਕ ਸਖਤ ਮੈਸੇਜ ਨਹੀਂ ਭੇਜਿਆ ਜਾਂਦਾ ਲੋਕਾਂ ਨੂੰ ਕਿ ਜਿਹੜੇ ਹੋਰ ਵੀ ਕਰਨਗੇ ਉਹਨਾਂ ਨਾਲ ਅਸਰ ਹੋਏਗਾ, ਉਹਨਾਂ ਚਿਰ ਤੱਕ ਇਹ ਸੰਭਵ ਨਹੀਂ ਹੈ। ਡਿਮਾਂਡ ਸਾਈਡ ਤੋਂ ਜਿਹੜਾ ਹੈ ਉਹ ਕਾਰਨ ਜਿਹੜੇ ਮੈਂ ਦੱਸੇ ਨੇ ਉਹਨਾਂ ਨੂੰ ਐਡਰੈਸ ਕਰਕੇ ਅਸੀਂ ਰੋਕ ਸਕਦੇ ਹਾਂ। ਪਰ ਫਿਰ ਵੀ ਜੇ ਤੁਸੀਂ ਕਹੋ ਕਿ 100% ਨਸ਼ਾ ਖਤਮ ਕੀਤਾ ਜਾ ਸਕਦਾ ਹੈ, ਇਹ ਸ਼ਾਇਦ ਸੰਭਵ ਨਹੀਂ। ਤੇ ਲੰਬੇ ਸਮੇਂ 'ਚ ਇੱਕ ਤੁਹਾਨੂੰ ਜਿਹੜੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ, ਤੇ ਇਹਦੇ ਵਿੱਚ ਜਿਹੜੇ ਅਸੀਂ ਇਸ਼ੂਜ਼ ਰੇਜ਼ ਕੀਤੇ ਨੇ ਸਟੱਡੀ ਦੇ ਵਿੱਚ ਕਿ ਕੋਈ 14 ਸਾਲ ਤੋਂ 10 ਸਾਲ ਤੋਂ ਵੀ ਬੱਚੇ ਲੱਗ ਜਾਂਦੇ ਨੇ, ਉਹ ਵੀ ਐਡਰੈਸ ਕਰਨੇ ਪੈਣਗੇ ਇਸ਼ੂਜ਼। ਤੇ ਨਾਲ ਹੀ ਜਿਹੜਾ ਯੂਥ ਹੈ ਤੁਹਾਡਾ ਖਾਸ ਕਰਕੇ, ਉਹਨੂੰ ਮੀਨਿੰਗਫੁਲੀ ਅੰਗੇਜ ਕਰਨਾ ਪਏਗਾ ਕਿਤੇ, ਜਿੰਨਾ ਚਿਰ ਉਹ ਨਹੀਂ ਹੁੰਦੇ ਉਹਨਾਂ ਨੇ ਇਸ ਕਿਸਮ ਦਾ, ਕਿਉਂਕਿ ਇੱਕ ਕਲਚਰ ਬਣ ਚੁੱਕਿਆ ਪੰਜਾਬ ਦੇ ਵਿੱਚ। ਜਿਹੜਾ ਤੁਸੀਂ ਰეკਮੈਂਡੇਸ਼ਨਸ ਦੀ ਗੱਲ ਪੁੱਛੀ ਹੈ, ਉਹਦੇ ਵਿੱਚ ਸਾਡੀਆਂ ਰეკਮੈਂਡੇਸ਼ਨਸ ਇਹ ਨੇ ਕਿ ਇਹ ਪ੍ਰੋਬਲਮ ਤੰਤਰਿਕ ਹੈ ਤੇ ਤੰਤਰਿਕ ਤਰੀਕੇ ਨਾਲ ਹੀ ਹਟਣੀ ਹੈ। ਕੁਝ ਦਿਨਾਂ 'ਚ ਜਾਂ ਦਮਗਜੇ ਮਾਰਨ ਨਾਲ ਜਾਂ ਅਸੀਂ 3 ਮਹੀਨਿਆਂ 'ਚ ਲੱਕ ਤੋੜ ਦਿਆਂਗੇ ਜਾਂ ਫਲਾਣਾ ਕਰਦੇ, ਉੱਦਾਂ ਨਹੀਂ ਹੋਣੀ। ਪਹਿਲਾਂ ਇਸ ਸਿਸਟਮ ਨੂੰ ਸਮਝਣਾ ਪਏਗਾ ਤੇ ਨਾਲ ਇਮਾਨਦਾਰੀ ਨਾਲ ਕੰਮ ਕਰਨਾ ਪਏਗਾ। ਜੇ ਪਲੇਇੰਗ ਟੂ ਦਾ ਗੈਲਰੀ ਹੋਏਗੀ ਤਾਂ ਫਿਰ ਇਹ ਜਿਹੜਾ ਸਿਸਟਮ ਕੋਈ ਉਹਦਾ ਹੱਲ ਨਹੀਂ ਨਿਕਲਣਾ। ਹੱਲ ਤਾਂ ਨਿਕਲੇਗਾ ਜੇ ਉਹ ਕਾਰਨਾਂ ਨੂੰ ਐਡਰੈਸ ਕਰਾਂਗੇ ਤੇ ਰੂਟ ਜਿਹੜਾ ਰੂਟ ਕਾਜ ਹੈ, ਜਿਵੇਂ ਕਹਿੰਦੇ ਨੇ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਜਿੰਨਾ ਚਿਰ ਤੱਕ ਉਹ ਰੂਟ ਕਾਜ਼ ਆਇਡੈਂਟੀਫਾਈ ਨਹੀਂ ਹੁੰਦਾ ਤੇ ਉਸ ਨੂੰ ਰੋਕਿਆ ਨਹੀਂ ਜਾਂਦਾ, ਉਹਨਾਂ ਚਿਰ ਇਹ ਸਿਲਸਿਲਾ ਏਦਾਂ ਚੱਲਦਾ ਰਹਿਣਾ। ਤੇ ਸਰਕਾਰਾਂ ਜੇ ਸੱਚਮੁੱਚ ਹੀ ਪੰਜਾਬ ਸਰਕਾਰ ਇਸ ਵੇਲੇ ਆ, ਇਕੱਲਾ ਪੰਜਾਬ ਸਰਕਾਰ ਵੀ ਨਹੀਂ ਰੋਕ ਸਕਦੀ, ਇੱਕ ਰੀਜਨਲ ਲੈਵਲ ਤੇ ਤੁਹਾਨੂੰ ਸਟ੍ਰੈਟਜੀ ਬਣਾਉਣੀ ਪਏਗੀ, ਨੈਸ਼ਨਲ ਲੈਵਲ ਤੇ ਵੀ ਸਟ੍ਰੈਟਜੀ ਬਣਾਉਣੀ ਪਏਗੀ ਕਿ ਇਹ ਜਿਹੜਾ ਸਾਰਾ ਸਿਲਸਿਲਾ ਹੈ ਇਹਨੂੰ ਕਿਸ ਤਰ੍ਹਾਂ ਰੋਕਣਾ ਹੈ। ਅਦਰਵਾਈਜ਼ ਇਹ ਸੰਭਵ ਨਹੀਂ ਹੁੰਦਾ, ਕਿਉਂਕਿ ਇਸ ਵੇਲੇ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹਾਂਗਾ ਕਿ ਰਿਲੈਪਸ ਬਹੁਤ ਹੈ। ਸਾਡੇ ਕੋਲੇ ਡੀ ਐਡਿਕਸ਼ਨ ਸੈਂਟਰ ਜਿਹੜੇ ਹੈਗੇ ਨੇ, ਪ੍ਰਾਈਵੇਟ ਵੀ ਤੇ ਸਰਕਾਰੀ ਵੀ, ਉਹ ਡੀ ਐਡਿਕਸ਼ਨ ਸੈਂਟਰ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਹੇ। ਬਹੁਤ ਸਾਰਿਆਂ ਵਿੱਚ ਕਾਉਂਸਲਰ ਜਾਂ ਡਾਕਟਰ ਜਾਂ ਪੈਰਾਮੈਡੀਕਲ ਸਟਾਫ ਉਹਨਾਂ ਨਹੀਂ ਹੈ, ਗਵਰਨਮੈਂਟ 'ਚ ਵੀ ਤੇ ਜਿਹੜੇ ਪ੍ਰਾਈਵੇਟ ਆ ਉਹ ਤਾਂ ਬਹੁਤ ਸਾਰੇ ਪੈਸੇ ਕਮਾਉਣ ਦੇ ਐਂਗਲ ਤੋਂ ਉਹ ਅਸੀਂ ਉਹਨਾਂ 'ਚ ਉਹ ਤਸ਼ੱਦਦ ਵੀ ਕਰਦੇ ਨੇ, ਅਸੀਂ ਦੇਖਿਆ ਪੰਜਾਬ 'ਚ ਵੀ, ਪੰਜਾਬ ਤੋਂ ਬਾਹਰ ਵੀ। ਸੋ ਇਸ ਕਰਕੇ ਉਹਨਾਂ ਨੂੰ ਵੀ ਉਹ ਸਿਸਟਮ ਵੀ ਠੀਕ ਕਰਨਾ ਪਏਗਾ। ਦੂਸਰਾ ਜਿਹੜਾ ਪ੍ਰੋਬਲਮ ਹੈ ਕਿ ਰੀਲੈਪਸ ਨੂੰ ਕਿਵੇਂ ਰੋਕਿਆ ਜਾਵੇ। ਕਿ ਤੁਸੀਂ ਇੱਕ ਵਾਰੀ ਨਸ਼ਾ ਛੁਡਾਤਾ, ਉਸ ਤੋਂ ਬਾਅਦ ਤੁਸੀਂ ਟੇਪਰ ਆਫ ਹੈਰੋਇਨ ਜਾਂ ਜਿਹੜਾ ਚਿੱਟਾ ਉਸ ਤੋਂ ਟੇਪਰ ਆਫ ਕਰ ਲਈ, ਜਾਂ ਟਰਾਮਾਡੋਲ ਦੇ ਦਿੱਤਾ, ਜਾਂ ਹੋਰ ਇਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ, ਜਾਂ ਓਪੀਆਡ ਬੇਸਡ ਕੋਈ ਜਿਹੜੇ ਨਸ਼ੇ ਨੇ ਉਹ ਦੇ ਦਿੱਤੇ, ਤਾਂ ਉਹ ਇਹ ਤਾਂ ਕਹਿ ਸਕਦੇ ਹੋ ਕਿ ਜਿਹੜੇ ਬਹੁਤ ਹਾਰਮਫੁਲ ਨਸ਼ੇ ਉਹਨਾਂ ਤੋਂ ਤੁਸੀਂ ਘੱਟ ਹਾਰਮਫੁਲ ਤੇ ਲੈ ਆਏ, ਪਰ ਉਹ ਤੁਸੀਂ ਖਤਮ ਨਹੀਂ ਕਰ ਰਹੇ। ਉਹਨਾਂ ਨੂੰ ਖਤਮ ਤਾਂ ਹੋਣਗੇ ਜਿੰਨਾ ਚਿਰ ਉਹਨਾਂ ਦੀ ਪ੍ਰੋਪਰ ਰੀਹੈਬਿਲਿਟੇਸ਼ਨ ਹੋਏਗੀ, ਜਿੰਨਾ ਚਿਰ ਮੁੜ ਵਸੇਬਾ ਉਹਨਾਂ ਦਾ ਸਮਾਜ 'ਚ, ਆਰਥਿਕਤਾ 'ਚ ਨਹੀਂ ਹੋਏਗਾ, ਉਹ ਖਤਮ ਨਹੀਂ ਹੋਏਗਾ। ਸੋ ਮੈਨੂੰ ਲੱਗਦਾ ਪਰਸਨਲੀ ਕਿ ਅਜੇ ਤੱਕ ਪੋਲੀਟੀਕਲ ਵਿਲ, ਬਿਊਰੋਕ੍ਰੈਟਿਕ ਵਿਲ ਲੈਕ ਕਰ ਰਹੀ ਹੈ, ਤੇ ਅਜੇ ਤੱਕ ਇਹ ਨੈਕਸਸ ਜਿਹੜਾ ਹੈ ਉਹ ਐਗਜ਼ਿਸਟ ਕਰ ਰਿਹਾ, ਤੇ ਇਹ ਨੈਕਸਸ ਅਜੇ ਟੁੱਟਿਆ ਨਹੀਂ ਹੈ। ਜਿੰਨਾ ਚਿਰ ਤੱਕ ਇਹ ਨੈਕਸਸ ਨਹੀਂ ਟੁੱਟਦਾ, ਜਿੰਨਾ ਚਿਰ ਤੱਕ ਪੋਲੀਟੀਕਲ ਬੌਸਸ, ਪੋਲੀਟੀਕਲ ਪਾਰਟੀਆਂ ਸਾਰੀਆਂ, ਜਦੋਂ ਮੈਂ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਜ਼ਰੂਰ ਚਾਹਾਂਗਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਸਾਰੇ ਲੀਡਰ ਇਨਵੋਲਵ ਨਹੀਂ ਹੈ ਇਹਦੇ 'ਚ, ਪਰ ਕਿਸੇ ਨਾ ਕਿਸੇ ਰੂਪ 'ਚ ਹਰ ਪੋਲੀਟੀਕਲ ਪਾਰਟੀ ਦਾ ਕੋਈ ਨਾ ਕੋਈ ਲੀਡਰ ਇਨਵੋਲਵ ਹੈ। ਇਹ ਸਮਝਣ ਦੀ ਲੋੜ ਹੈ। ਜਦੋਂ ਮੈਂ ਇਹ ਕਹਿਣਾ ਕਿ ਉਹ ਇਨਵੋਲਵ ਨਹੀਂ, ਤਾਂ ਇਹਦਾ ਮਤਲਬ ਹੈ ਕਿ ਗਵਰਨਮੈਂਟ ਦੇ ਵਿੱਚ, ਕਿਉਂਕਿ ਗਵਰਨਮੈਂਟ ਦੇ ਵੀ ਪਾਰਟਨਰ ਨੇ, ਹਰ ਗਵਰਨਮੈਂਟ ਦੇ, ਬਾਦਲ ਗਵਰਨਮੈਂਟ ਦੇ ਵੀ ਪਾਰਟਨਰ ਰਹੇ, ਉਹ ਅਮਰਿੰਦਰ ਸਿੰਘ ਗਵਰਨਮੈਂਟ ਦੇ ਵੀ ਪਾਰਟਨਰ ਰਹੇ। ਹੁਣ ਦਾ ਮੈਨੂੰ ਪਤਾ ਨਹੀਂ ਗਾ, ਕਿਉਂਕਿ ਮੇਰੇ ਕੋਲ ਕੋਈ ਇਹਦੇ ਵਿੱਚ ਅੰਕੜੇ ਨਹੀਂ ਹਨ ਜਾਂ ਕੋਈ ਜਾਣਕਾਰੀ ਨਹੀਂ, ਕਿਉਂਕਿ ਉਹ ਪਾਰਟਨਰ ਰਹੇ ਨੇ। ਇਸ ਕਰਕੇ ਪੋਲੀਟੀਕਲ ਵਿਲ ਕਮਜ਼ੋਰ ਹੋ ਜਾਂਦੀ ਹੈ।
ਜਦੋਂ ਸਰਕਾਰ ਦੇ ਵਿੱਚ ਪਾਰਟਨਰ ਨੇ ਜਿਹੜੇ ਨਸ਼ਾ ਫੈਲਾਉਣ ਵਾਲੇ ਲੋਕ ਨੇ, ਨਸ਼ੇ ਨੂੰ ਸਪੋਰਟ ਕਰਨ ਵਾਲੇ, ਤਾਂ ਉਹ ਪੋਲੀਟੀਕਲ ਵਿਲ ਕਮਜ਼ੋਰ ਹੋ ਜਾਂਦੀ ਹੈ। ਤੇ ਜੇ ਉਹ ਕਰਨੇ ਵੀ ਚਾਹਣ ਕੁਝ ਬੰਦੇ ਤੇ ਨਹੀਂ ਕਰ ਸਕਦੇ। ਨੰਬਰ 1। ਨੰਬਰ 2, ਜਦੋਂ ਤੁਸੀਂ ਇਲੈਕਸ਼ਨਾਂ ਦੇ ਵਿੱਚ ਨਸ਼ੇ ਵੰਡਦੇ ਹੋ ਤੇ ਤੁਹਾਡੀ ਇੱਕ ਮੋਰਲ ਅਥਾਰਟੀ ਰੋਡ ਹੋ ਜਾਂਦੀ ਹੈ। ਤੁਸੀਂ ਜੋ ਕਹਿੰਦੇ ਹੋ ਨਾ, ਉਹ ਲੋਕ ਸੁਣਦੇ ਨਹੀਂ। ਇਹ ਜਿਹੜੀ ਪੋਲੀਟੀਕਲ ਕ੍ਰੈਡੀਬਿਲਿਟੀ ਹੈ ਉਹ ਰੋਡ ਹੋਈ ਹੈ, ਵਿਸ਼ਵਾਸ ਰੋਡ ਹੋਇਆ। ਤੇ ਜਿੰਨਾ ਚਿਰ ਤੱਕ ਵਿਸ਼ਵਾਸ ਨਹੀਂ ਬਣਦਾ ਨਾ ਲੋਕਾਂ ਨੂੰ, ਤੇ ਉਹਨਾਂ ਚਿਰ ਤੱਕ ਲੋਕ ਤੁਹਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ। ਟਰੈਕ ਰਿਕਾਰਡ ਵੀ ਇਹੀ ਹੈ। ਤੇ ਇਹ ਉਦੋਂ ਹੀ ਜ਼ਿਆਦਾ ਤੂਲ ਮਿਲਦੀ ਹੈ ਇਸ ਇਸ਼ੂ ਨੂੰ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਉਹ ਤੋਂ ਪਿੱਛੋਂ ਫਿਰ ਕੰਮ ਠੰਡਾ ਹੋ ਜਾਂਦਾ ਹੈ। ਪ੍ਰੋਫੈਸਰ ਸਾਹਿਬ, ਕੀ ਕੋਈ ਐਂਟੀ ਡਰੱਗ ਪਾਲਿਸੀ, ਕੋਈ ਡਰੱਗ ਪ੍ਰੀਵੈਂਸ਼ਨ ਤੋਂ ਪਾਲਿਸੀ ਆਪਣੇ ਸੂਬੇ ਦੇ ਵਿੱਚ ਹੈਗੀ ਆ, ਜਾਂ ਤੁਹਾਨੂੰ ਲੱਗਦਾ ਕਿ ਬਣਾਉਣੀ ਚਾਹੀਦੀ ਹੈ? ਕਿ ਜਿਵੇਂ ਕਿ ਇਹ ਪ੍ਰੋਬਲਮ ਬਹੁਤ ਸੰਭਵਦਾ ਹੈ ਇਸ ਸਮੇਂ, ਕੀ ਆਪਾਂ ਨੂੰ ਕੋਈ ਮਿਨਿਸਟਰੀ ਵੀ ਏਦਾਂ ਦੀ ਪੈਦਾ ਕਰਨੀ ਚਾਹੀਦੀ ਹੈ? ਕੋਈ ਏਦਾਂ ਦੀ ਮਿਨਿਸਟਰੀ ਹੋਣੀ ਚਾਹੀਦੀ ਹੈ ਜਿਹੜੀ ਰਲ ਕੇ ਕੰਮ ਕਰੇ ਔਰ ਸਿਰਫ ਡਰੱਗਸ ਨੂੰ, ਇਹਦੀ ਹਾਰਮ ਰਿਡਕਸ਼ਨ ਵੀ ਕਰੇ ਔਰ ਇਹਦੀ ਜਿਹੜੀ ਸਪਲਾਈ ਚੇਨ ਹੈ ਉਹਨੂੰ ਵੀ ਤੋੜਨ ਦਾ ਕੰਮ ਕਰੇ, ਆਪਸ 'ਚ ਰਲ ਮਿਲ ਕੇ? ਦੇਖੋ, ਏਦਾਂ ਹੈ ਕਿ ਨੈਸ਼ਨਲ ਲੈਵਲ ਤੇ ਵੀ, ਰੀਜਨਲ ਲੈਵਲ ਤੇ ਵੀ ਗੱਲਬਾਤ ਹੁੰਦੀ ਹੈ। ਕੁਝ ਲੋਕ ਕਹਿੰਦੇ ਨੇ ਕਿ NDPS ਐਕਟ ਜਿਹੜਾ 1985 ਤੋਂ ਬਾਅਦ ਇਹ ਪ੍ਰੋਬਲਮ ਜ਼ਿਆਦਾ ਲਾਈਮਲਾਈਟ 'ਚ ਆ ਗਈ ਹੈ, ਕਿਉਂਕਿ ਪਹਿਲਾਂ ਐਕਟ ਹੀ ਨਹੀਂ ਸੀ, ਲੋਕ ਕੋਈ ਇਸ਼ੂ ਹੀ ਨਹੀਂ ਸੀ ਇਸ ਗੱਲ ਦਾ। ਸੋ NDP ਜਿਹੜਾ ਐਕਟ ਹੈ ਉਹ ਬਣਨ ਨਾਲ ਵੀ ਇੱਕ ਮੈਸੇਜ ਆਉਂਦਾ ਕਿ ਗਵਰਨਮੈਂਟ ਨੂੰ ਇਸ ਦਾ ਪਤਾ ਹੈ ਤੇ ਗਵਰਨਮੈਂਟ ਨੇ ਇਹ ਬਣਾਇਆ। ਪਾਲਿਸੀ ਲੈਵਲ ਤੇ ਅਜੇ ਕੋਈ ਨੈਸ਼ਨਲ ਪਾਲਿਸੀ ਲੈਵਲ ਤੇ ਕੁਛ ਏਦਾਂ ਦੀ ਗੱਲ ਨਹੀਂ ਹੈ, ਰੀਜਨਲ ਪਾਲਿਸੀ ਲੈਵਲ ਤੇ ਵੀ ਨਹੀਂ ਹੈ। ਸਟੇਟ ਲੈਵਲ ਤੇ ਹਰ ਸਟੇਟ ਕੋਈ ਨਾ ਕੋਈ ਐਫਰਟ ਕਰ ਰਹੀ ਹੈ। ਜਿਵੇਂ ਪੰਜਾਬ ਦੇ ਵਿੱਚ ਵੀ ਜਿਹੜਾ ਵੱਡੀ ਪ੍ਰੋਗਰਾਮ ਸ਼ੁਰੂ ਹੋਇਆ ਸੀ, ਊਟਸ ਤੇ OTS ਸ਼ੁਰੂ ਹੋਏ ਨੇ, ਜਿੱਥੇ ਸੈਂਟਰ 'ਚ ਪੇਪਰ ਆਫ ਕਰਦੇ ਨੇ। ਤੇ ਪਰ ਕੰਪਰੀਹੈਂਸਿਵ ਪਾਲਿਸੀ ਐਸ ਸੱਚ ਕੋਈ ਨਹੀਂ ਹੈ। ਕੰਪਰੀਹੈਂਸਿਵ ਪਾਲਿਸੀ ਲਈ ਇਹ ਜ਼ਰੂਰੀ ਹੋਏਗਾ ਕਿ ਜਿਸ ਕਿਸਮ ਦੀ ਸਟੱਡੀ ਅਸੀਂ ਕੀਤੀ ਹੈ, ਇਹ ਦੇ ਕਾਰਨਾਂ ਨੂੰ ਗਵਰਨਮੈਂਟ ਡਿਬੇਟ ਕਰੇ, ਕਿਉਂਕਿ ਜਿੰਨਾ ਚਿਰ ਤੱਕ ਇਹ ਆਪਣੇ ਕੁਛ ਭਾਵੇਂ ਥਿੰਕ ਟੈਂਕ ਬਣਾ ਕੇ ਸਟੱਡੀ ਕਰਵਾਉਣ, ਜਿਹੜੀਆਂ ਸਟੱਡੀ ਅਵੇਲੇਬਲ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਕਿ ਕੀ ਕਾਰਨ ਨੇ ਕਿ ਪੰਜਾਬ ਦੇ ਵਿੱਚ ਜਾਂ ਨੇਬਰਿੰਗ ਸਟੇਟਸ ਦੇ ਵਿੱਚ ਇਹ ਨਸ਼ੇ ਕਿਉਂ ਫੈਲ ਰਹੇ ਨੇ। ਜਿੰਨਾ ਚਿਰ ਤੱਕ ਉਹ ਕਿਉਂ ਫੈਲ ਰਹੇ ਦਾ ਜਵਾਬ ਨਹੀਂ ਲੱਭਦੇ, ਉਹਨਾਂ ਚਿਰ ਤੱਕ ਇਹ ਨਹੀਂ ਹਟਣੇ। ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਡਿਮਾਂਡ ਸਾਈਡ ਤੇ ਸਪਲਾਈ ਸਾਈਡ ਦੋਨੋਂ ਇਸ਼ੂ ਐਡਰੈਸ ਕਰਨੇ ਪੈਣਗੇ। ਤੇ ਸਭ ਤੋਂ ਜ਼ਰੂਰੀ ਜਿਹੜੀ ਅਹਿਮ ਗੱਲ ਹੈ ਜਿੱਥੋਂ ਤੁਰਨ ਵਾਸਤੇ, ਉਹ ਹੈ ਕਿ ਪੋਲੀਟੀਕਲ ਵਿਲ ਜਿਹੜੀ ਤੁਸੀਂ ਪਹਿਲਾਂ ਕਹੀ ਹੈ ਉਹ ਹੋਣੀ ਜ਼ਰੂਰੀ ਹੈ, ਤੇ ਸਮਾਜਿਕ ਵਿਲ ਵੀ ਹੋਣੀ ਚਾਹੀਦੀ ਹੈ। ਲੋਕਾਂ ਨੂੰ ਵੀ, ਹਰ ਸਟੇਕ ਹੋਲਡਰ ਨੂੰ, ਟੀਚਰ, ਪੁਲਿਸ, ਸੋਸ਼ਲ ਇੰਸਟੀਟਿਊਸ਼ਨਸ, ਰਿਲੀਜੀਅਸ ਇੰਸਟੀਟਿਊਸ਼ਨਸ, ਸਿਵਲ ਸੁਸਾਇਟੀ, ਬਿਊਰੋਕ੍ਰੇਸੀ, ਪੋਲੀਟੀਕਲ, ਸਾਰਿਆਂ ਨੂੰ ਰਲ ਕੇ ਯਤਨ ਕਰਨਾ ਪਏਗਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅਲਾਮਤ ਤੋਂ ਬਚਾਉਣਾ ਹੈ। ਇਹ ਤਾਂ ਮੰਨ ਚੁੱਕੇ ਨੇ ਸਾਰੇ ਕਿ ਡਰੱਗ ਮਨਾਸ ਹੈ, ਗਵਰਨਮੈਂਟ ਵੀ ਮੰਨ ਚੁੱਕੀ ਹੈ ਤੇ ਪ੍ਰੂਵ ਵੀ ਹੋ ਗਿਆ। ਤੁਹਾਡੇ ਇੱਕ ਮੰਤਰੀ ਅੰਦਰ ਵੀ ਰਹਿ ਚੁੱਕੇ ਨੇ, ਇਸ ਹੁਣ ਜ਼ਮਾਨਤ ਤੇ ਨੇ। ਤੇ ਅੱਗੇ ਆਉਣ ਵਾਲਾ ਸਮਾਂ ਕੀ ਹੋਏਗਾ, ਇਹ ਟਾਈਮ ਲੱਗੇਗਾ। ਪਰ ਆਮ ਤੌਰ ਤੇ ਕਿਸੇ ਨਾ ਕਿਸੇ ਰੂਪ 'ਚ ਇੱਕ ਇਹ ਇਸ਼ੂ ਵੀ ਆ ਰਿਹਾ ਕਿ ਕਿਉਂਕਿ ਵੱਡੇ ਲੈਵਲ ਤੇ ਵੀ ਜਿਹੜੀਆਂ ਤੰਦਾਂ ਜੁੜਦੀਆਂ ਨੇ ਕਿਸੇ ਨਾ ਕਿਸੇ ਰੂਪ 'ਚ ਇਹ ਸਪਲਾਈ ਚੇਨ ਦੀਆਂ, ਸੋ ਇਸ ਕਰਕੇ ਇਹਨੂੰ ਹੱਥ ਪਾਉਣਾ ਤੇ ਇਹਨੂੰ ਠੀਕ ਕਰਨਾ ਪੋਲੀਟੀਕਲ ਵਿਲ ਅਜੇ ਉਸ ਲੈਵਲ ਤੇ ਹੈ ਨਹੀਂ। ਤੁਸੀਂ ਗੱਲ ਕਹੀ ਕਿ ਇਹੋ ਜਿਹੀਆਂ ਜਿਹੜੀਆਂ ਰਿਸਰਚਸ ਨੇ ਹੋਰ ਹੋਣੀਆਂ ਚਾਹੀਦੀਆਂ ਨੇ। ਕੀ ਏਦਾਂ ਦੇ ਡਿਪਾਰਟਮੈਂਟਸ ਜਿਹੜੇ ਨੇ ਜਿਹਦੇ ਵਿੱਚ ਕ੍ਰਿਡ ਦਾ ਕੰਮ ਹੈਗਾ ਕਿ ਪੇਂਡੂ ਖੇਤਰ ਦੇ ਵਿੱਚ ਔਰ ਇੰਡਸਟਰੀਅਲ ਜਿਹੜੀ ਆ ਦੋਨਾਂ ਦੀ ਰਿਸਰਚ ਕਰਨੀ, ਕੀ ਬਣਦਾ ਫੰਡ ਜਿਹੜਾ ਆ ਸਰਕਾਰਾਂ ਵੱਲੋਂ ਇਹਨਾਂ ਅਦਾਰਿਆਂ ਨੂੰ ਸਮੇਂ ਸਿਰ ਆਉਂਦਾ ਵੀ ਹੈ? ਸਰ, ਤੁਸੀਂ ਬਹੁਤ ਮਹੱਤਵਪੂਰਨ ਗੱਲ ਕੀਤੀ ਹੈ। ਰਾਦਰ ਕ੍ਰਿਡ ਦੀ ਦੁੱਖ ਦੀ ਰਗ ਤੇ ਹੱਥ ਰੱਖਿਆ। ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਕ੍ਰਿਡ ਕੋਈ 40 ਸਾਲ ਤੋਂ ਇਸ ਖੇਤਰ 'ਚ ਕੰਮ ਕਰ ਰਿਹਾ ਤੇ ਕ੍ਰਿਡ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਦੀ ਰੈਕਗਨਾਈਜ਼ਡ ਇੰਸਟੀਟਿਊਸ਼ਨ ਹੈ। ਟੋਟਲ ਕੋਈ 26 ਇੰਸਟੀਟਿਊਸ਼ਨਾਂ ਨੇ ਕੰਟਰੀ 'ਚ, ਦਿੱਲੀ ਤੋਂ ਇੱਧਰ ਇਹ ਹੀ ਹੈ। ਬਹੁਤ ਵਧੀਆ ਕੰਮ ਚੱਲਦਾ ਰਿਹਾ। ਉਹਦੇ ਵਿੱਚ
ICSR 45% ਗ੍ਰਾਂਟ ਦਿੰਦੀ ਸੀ ਤੇ 45% ਪੰਜਾਬ ਗਵਰਨਮੈਂਟ ਮੈਚਿੰਗ ਗ੍ਰਾਂਟ ਦਿੰਦੀ ਸੀ। ਉਸ ਵੇਲੇ ਦੀ ਸੋਚ ਨੇ ਕਿ ਸੋਸ਼ਲ ਸਾਇੰਸਿਸ ਰਿਸਰਚ ਪ੍ਰਮੋਟ ਕਰਨੀ ਆ, ICSR ਨੇ ਫੰਡਿੰਗ ਕਰ ਦਿੱਤੀ। ਪੰਜਾਬ ਗਵਰਨਮੈਂਟ ਦੇ ਵੀ ਉਸ ਵੇਲੇ ਸਰਦਾਰ ਦਰਬਾਰਾ ਸਿੰਘ ਚੀਫ ਮਿਨਿਸਟਰ ਹੁੰਦੇ ਸੀ, ਉਹਨਾਂ ਨੇ ਵੀ ਹਾਮੀ ਭਰੀ ਕਿ ਇਹ ਕਰ ਚੱਲਦਾ ਰਿਹਾ। ਵਿੱਚ ਵਿਚਾਲੇ ਬੰਦ ਵੀ ਹੁੰਦੀ ਰਹੀ, ਫਿਰ ਸ਼ੁਰੂ ਹੋ ਜਾਂਦੀ ਰਹੀ। ਪਰ ਇਹ ਜਿਹੜੀ ਸੰਸਥਾ ਹੈ, ਸੈਂਟਰ ਫਾਰ ਰਿਸਰਚ ਐਂਡ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ, ਜਿਹਨੂੰ ਕ੍ਰਿਡ ਕਹਿੰਦੇ ਆ, ਚੰਡੀਗੜ੍ਹ 'ਚ, ਇਹ ਬਹੁਤ ਮਹੱਤਵਪੂਰਨ ਸੰਸਥਾ ਹੈ, ਥਿੰਕ ਟੈਂਕ ਹੈ। ਮੈਂ ਵੀ ਉੱਥੇ 10 ਸਾਲ ਜਿਹੜਾ ਉਹ ਕੰਮ ਕੀਤਾ ਹੈ, ਪੋਸਟ ਸੁਪਰ ਇਨੋਵੇਸ਼ਨ, ਨਹਿਰੂ ਚੇਅਰ ਪ੍ਰੋਫੈਸਰ ਵੀ ਰਿਹਾ। ਇਹ ਹੋਰ ਵੀ ਵਾਟਰ ਤੇ ਸਾਰਾ ਇਹ ਕੰਮ ਉੱਥੇ ਹੀ ਬੈਠ ਕੇ ਕੀਤੇ ਸਨ। ਉਹ ਪੰਚਾਇਤੀ ਰਾਜ ਇੰਸਟੀਟਿਊਸ਼ਨ ਉਹਨਾਂ ਦੀ ਬੜੀ ਸਟਰੋਂਗ ਹੈ, ਉਹਨਾਂ ਦਾ ਰੂਰਲ ਡਿਵੈਲਪਮੈਂਟ ਸੈਂਟਰ ਬਹੁਤ ਸਟਰੋਂਗ ਹੈ, ਉਹਨਾਂ ਦੇ ਪਾਪੂਲੇਸ਼ਨ ਸੈਂਟਰ ਬਹੁਤ ਸਟਰੋਂਗ ਹੈ। ਇਹ ਸਾਰਾ ਕਾਫੀ ਸਟੱਡੀ ਜਿਹੜੀਆਂ ਬਾਰਡਰ ਏਰੀਆ ਤੇ ਕਮਿਊਨਲ ਜਿਹੜੀਆਂ ਰਾਈਟਸ ਨੇ, ਉਹਨਾਂ ਤੇ ਬਹੁਤ ਸਾਰੀਆਂ ਸਟੱਡੀਜ਼ ਨੇ, ਤੇ ਉਹਨਾਂ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਟੱਡੀ ਇਸ ਸੈਂਟਰ ਦੀਆਂ ਹੋਈਆਂ। ਪਰ ਦੁੱਖਾਂ ਤੇ ਹੋਇਆ ਕਿ ਪਿਛਲੇ 2-3 ਸਾਲ ਪਹਿਲਾਂ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਨੇ ਕੋਈ ਇਨਕੁਆਇਰੀ ਕਮੇਟੀ ਬਣਾਈ। ਇਨਕੁਆਇਰੀ ਕਮੇਟੀ ਬਣਾ ਕੇ ਕੁਝ ਲੈਪਸਿਸ ਪਾਏ, ਉਹਨਾਂ 'ਚੋਂ ਫਾਈਨੈਂਸ਼ੀਅਲ ਲੈਪਸਿਸ ਕਹਿੰਦੇ ਨਹੀਂ ਸੀ ਕਮੇਟੀ ਨੇ ਆਪਣੀ ਰეკਮੈਂਡ, ਪਰ ਉਹਨਾਂ ਨੇ ਕਿਸੇ ਨਾ ਕਿਸੇ ਲੈਵਲ ਤੇ ਪਿਛਲੇ ਜੁਲਾਈ 2021 ਤੋਂ ਗ੍ਰਾਂਟ ਨਹੀਂ ਆਈ ਤੇ ਫੈਕਲਟੀ ਤੇ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ। ਤੇ ਪੰਜਾਬ ਗਵਰਨਮੈਂਟ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਕਰ ਲਓ, ਇਹ ਸਿਰਫ 5-6 ਕਰੋੜ ਦਾ ਬਜਟ ਹੈ ਸਾਲ ਦਾ ਇਸ ਇੰਸਟੀਚਿਊਟ ਦਾ, ਔਰ ਪੰਜਾਬ ਗਵਰਨਮੈਂਟ ਨੂੰ ਬਹੁਤ ਇੰਪੋਰਟੈਂਟ ਇਹਨਾਂ ਨੇ ਸਟੱਡੀਜ਼ ਕਰਕੇ ਦਿੱਤੀਆਂ ਨੇ, ਬਹੁਤ ਦੇ ਸਕਦੇ ਨੇ, ਉਹਨਾਂ 'ਚ ਪੋਟੈਂਸ਼ੀਅਲ ਹੈ। ਤੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਸੀ ਕਿ ਜੇ ICSR ਕਿਸੇ ਕਾਰਨ ਅਜੇ ਗ੍ਰਾਂਟ ਨਹੀਂ ਦੇ ਰਹੀ ਤਾਂ ਇਸ ਸੈਂਟਰ ਨੂੰ ਆਪ ਔਨ ਕਰ ਲੈਂਦੇ ਤੇ ਇਹਨਾਂ ਤੋਂ ਸਟੱਡੀਜ਼ ਕਰਵਾਉਂਦੇ ਇੰਪੋਰਟੈਂਟ ਇਸ਼ੂਜ਼ ਤੇ। ਜਿੰਨਾ ਚਿਰ ਤੱਕ ਤੁਹਾਡੇ ਕੋਲ ਸਟੱਡੀਜ਼ ਨਹੀਂ, ਅੰਕੜੇ ਨਹੀਂ, ਤੁਸੀਂ ਪਾਲਿਸੀ ਠੀਕ ਬਣਾ ਹੀ ਨਹੀਂ ਸਕਦੇ। ਇਸੇ ਕਰਕੇ ਪੰਜਾਬ ਦੇ ਵਿੱਚ ਅਜੇ ਤੱਕ ਨਾ ਐਗਰੀਕਲਚਰ ਪਾਲਿਸੀ ਹੈ, ਨਾ ਵਾਟਰ ਪਾਲਿਸੀ ਹੈ, ਨਾ ਐਮਪਲੋਇਮੈਂਟ ਪਾਲਿਸੀ ਹੈ, ਨਾ ਹੀ ਕੋਈ ਢੰਗ ਦੀ ਇੰਡਸਟਰੀ ਪਾਲਿਸੀ। ਕਿਉਂਕਿ ਤੁਸੀਂ ਬਿਊਰੋਕ੍ਰੇਸੀ ਤੇ ਪੋਲੀਟੀਸ਼ੀਅਨ ਰਲ ਕੇ ਆਪਣਾ ਗਿਟਮਿਟ ਜੀ ਕਰ ਲੈਂਦੇ ਨੇ, ਤੇ ਜਿਹੜਾ ਰਿਸਰਚ ਵਾਲਾ ਐਸਪੈਕਟ ਹੈ ਉਹ ਡੀਪ ਜਿਹੜਾ ਉਹ ਕਿਤੇ ਸਾਹਮਣੇ ਨਹੀਂ ਆਉਂਦਾ। ਤੇ ਇਹ ਸੈਂਟਰ ਮੈਨੂੰ ਤਾਂ ਲੱਗਦਾ ਕਿ ਕਈ ਵਾਰੀ ਸਰਕਾਰਾਂ ਦੇ ਏਜੰਡੇ ਤੇ ਹੀ ਨਹੀਂ ਹੈ ਖੋਜ ਜਾਂ ਸਟੱਡੀਜ਼ ਕਰਵਾਉਣਾ ਜਾਂ ਕਿਉਂਕਿ ਜਿਹੜਾ ਅੰਕੜੇ ਹੁੰਦੇ ਨੇ ਨਾ, ਇਹ ਬੜੇ ਦੋ ਧਾਰੀ ਤਲਵਾਰ ਹੁੰਦੀ ਹੈ, ਇਹ ਸਿੱਧਾ ਤਕਲਾ ਕੱਢਦੇ ਨੇ। ਜਦੋਂ ਸਾਡੀਆਂ ਸਟੱਡੀਜ਼ 2006-07 ਮੈਂ ਪੰਜਾਬੀ ਯੂਨੀਵਰਸਿਟੀ ਸੀ ਤਾਂ 4% ਰੂਰਲ ਏਰੀਆ ਤੋਂ ਤੁਹਾਡੇ ਕੋਲ ਸਟੂਡੈਂਟ ਸਾਰੇ ਯੂਨੀਵਰਸਿਟੀ, ਇਹ ਬੜਾ ਨਸ਼ਰ ਹੋਈ ਇਹ ਗੱਲ। ਹੁਣ ਆ ਵੀ ਜਿਹੜੀਆਂ ਸਟੱਡੀਜ਼ ਨੇ ਜਾਂ ਵਾਟਰ ਵਾਲੀਆਂ ਜਾਂ ਹੋਰ ਕਈ ਸਾਡੇ ਦੋਸਤਾਂ ਨੇ ਯੂਨੀਵਰਸਿਟੀ ਜਾਂ, ਸਰਕਾਰ ਨੂੰ ਚਾਹੀਦਾ ਕਿ ਯੂਨੀਵਰਸਿਟੀਆਂ ਦੇ ਵਿੱਚ ਇਹੋ ਜਿਹੀਆਂ ਰਿਸਰਚ ਇੰਸਟੀਚਿਊਟਸ ਨੂੰ ਫੰਡਿੰਗ ਲਿਬਰਲ ਕਰਕੇ ਰਿਸਰਚ ਪ੍ਰਮੋਟ ਕਰਨ, ਤੇ ਰਿਸਰਚ ਪ੍ਰਮੋਟ ਕਰਕੇ ਉਹਦਾ ਫਾਇਦਾ ਉਠਾਉਣ ਸਟੇਟ ਦੀ ਪਾਲਿਸੀ ਦੇ ਐਂਗਲ ਤੋਂ ਤੇ ਸਟੇਟ ਦੇ ਲਾਰਜਰ ਵੈਲਫੇਅਰ ਦੇ ਐਂਗਲ ਤੋਂ ਉਹਦਾ ਫਾਇਦਾ ਉਠਾਉਣ। ਪਰ ਬਦਕਿਸਮਤੀ ਇਹ ਰਹੀ ਹੈ ਕਿ ਨਾ ਹੀ ਜਿਹੜੀ ਪਿਛਲੀ ਕਾਂਗਰਸ ਸਰਕਾਰ ਹੈ ਚੰਨੀ ਤੋਂ ਔਨਵਰਡ ਵਾਅਦੇ ਕੀਤੇ, ਪਰ ਨਾ ਹੀ ਇਸ ਵੇਲੇ ਜਿਹੜੀ ਹੈ ਮਾਨ ਸਰਕਾਰ ਹੈ, ਇਹਨਾਂ ਨੇ ਕ੍ਰਿਡ ਵਰਗੀ ਸੰਸਥਾ ਨੂੰ ਉਹ ਬਣਦੀ ਥਾਂ ਨਹੀਂ ਦਿੱਤੀ ਜਾਂ ਉਹਦੀ ਬਾਂਹ ਨਹੀਂ ਫੜੀ ਕ੍ਰਾਈਸਿਸ 'ਚ। ਹਾਲਾਂਕਿ ਚਲੋ ਸੈਂਟਰ ਗਵਰਨਮੈਂਟ ਜਾਂ ਉਹਨਾਂ ਕੀ ਲੈਣਾ ICSR ਨੇ, ਲੋੜ ਤਾਂ ਇਹਨਾਂ ਨੂੰ ਹੈ। ਚੰਡੀਗੜ੍ਹ ਦੇ ਵਿੱਚ ਇੱਕ ਸੰਸਥਾ ਹੈ ਜਿਹਨੂੰ ਤੁਸੀਂ ਔਨ ਕਰਕੇ ਆਪਣਾ ਬਹੁਤ ਸਾਰਾ ਅਧਿਐਨ ਕਰਵਾ ਸਕਦੇ ਹੋ, ਪਾਲਿਸੀਜ਼ ਉਸ ਦੇ ਬੇਸਿਸ ਤੇ ਬਣਾ ਸਕਦੇ ਹੋ, ਤੇ ਕਰਨੀਆਂ ਚਾਹੀਦੀਆਂ ਨੇ। ਮੈਂ ਤਾਂ ਅਜੇ ਵੀ ਕਹਾਂਗਾ ਕਿ ਕਰਨੀਆਂ ਚਾਹੀਦੀਆਂ। ਪ੍ਰੋਫੈਸਰ ਸਾਹਿਬ, ਵੈਸੇ ਗੱਲ ਤੁਸੀਂ ਕ੍ਰਿਡ ਵਾਲੀ ਗੱਲ ਜਿਹੜੀ ਤੁਸੀਂ ਦੱਸੀ ਕਿ ਖੋਜ ਸੰਸਥਾ ਨੂੰ ਵੀ ਪੈਸਾ ਦੇਣ ਦੇ ਲਈ ਆਪਣੇ ਕੋਲ ਨਹੀਂ ਹੈਗਾ, ਸੋ ਮੈਂ ਇੱਕ ਸਵਾਲ ਤਾਂ ਫਿਰ ਮੇਰਾ ਹੋਰ ਪੁੱਛਣਾ ਬਣਦਾ ਹੈ ਕਿ ਕੀ ਇਸ ਕਰਕੇ ਹੈ ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਬਕਾਇਦਾ ਤੌਰ ਤੇ ਠੀਕ ਨਹੀਂ ਹੈ, ਇਸ ਕਰਕੇ ਆਪਾਂ ਡਿਵੈਲਪਮੈਂਟ ਕਾਰਜਾਂ ਤੇ ਖਰਚਾ ਨਹੀਂ ਕਰ ਪਾਉਂਦੇ, ਕਿ ਇਹ ਸਿਰਫ ਇੱਕ ਐਕਸਕਿਊਜ਼ ਹੈ ਸਰਕਾਰ ਲਈ? ਇਹ ਦੋ ਵੱਖਰੇ ਇਸ਼ੂ ਨੇ। ਇੱਕ ਤਾਂ ਹੈ ਕਿ ਫੰਡਸ ਦੀ ਘਾਟ ਕਰਕੇ ਡਿਵੈਲਪਮੈਂਟ ਤੇ ਖਰਚਾ ਨਾ ਕਰਨਾ। ਇੱਕ ਹੈ ਕਿ 5-7 ਕਰੋੜ ਤਾਂ ਇੱਕ ਸਟੇਟ ਲਈ ਪੀਨਟਸ ਨੇ, ਔਰ ਇਹ ਇੰਨਾ ਵੱਡਾ ਕੰਮ ਕਰ ਸਕਦੀ ਹੈ ਸੰਸਥਾ ਤੇ ਕੁਝ ਵੀ ਨਹੀਂ ਹੈ। ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਸ਼ਾਇਦ ਜਾਂ ਤਾਂ ਕ੍ਰਿਡ ਸਮਝਾ ਨਹੀਂ ਸਕੀ ਸਰਕਾਰ ਨੂੰ, ਜਾਂ ਸਰਕਾਰ ਕੋਲ ਸਮਝਣ ਲਈ ਟਾਈਮ ਨਹੀਂ, ਜਾਂ ਸਰਕਾਰ ਇਹ ਸਮਝਣਾ ਨਹੀਂ ਚਾਹੁੰਦੀ ਕਿ ਕ੍ਰਿਡ ਵਰਗੀ ਸੰਸਥਾ ਦੀ ਕੀ ਮਹੱਤਤਾ ਹੈ, ਇਹ ਕੀ ਕੰਮ ਕਰ ਸਕਦੀ ਹੈ। ਰਾਈਟ। ਕਿਉਂਕਿ
ਤੁਹਾਡੇ ਕੋਲ ਇਸ ਵੇਲੇ ਕੋਈ ਸੰਸਥਾ ਨਹੀਂ ਹੈ ਜਿਹੜੀ ਤੁਹਾਨੂੰ ਪੰਜਾਬ ਤੇ ਫੋਕਸ ਕਰਕੇ ਇੰਪੋਰਟੈਂਟ ਮੁੱਦਿਆਂ ਤੇ ਰਿਸਰਚ ਕਰਕੇ ਦੇ ਸਕੇ ਤੇ ਪਾਲਿਸੀ ਇਨਪੁਟ ਦੇ ਸਕੇ। ਤੇ ਜਿਹੜੇ ਤੁਸੀਂ ਗੱਲ ਕੀਤੀ ਹੈ ਫੰਡਸ ਦੀ, 5-7 ਕਰੋੜ ਕੀ ਹੈ, ਪੀਨਟਸ ਨੇ। ਹੋਰ ਇਹਨਾਂ ਅਸੀਂ ਐਡਵਰਟਾਈਜ਼ਮੈਂਟ ਤੇ ਖਰਚ ਕਰ ਦਿੰਦੇ ਆ, ਹੋਰ ਫਜ਼ੂਲ ਕੰਮਾਂ ਤੇ ਖਰਚ ਕਰ ਦਿੰਦੇ ਆ ਇਹਨਾਂ, ਤੇ ਇਹ 5-7 ਕਰੋੜ ਕੀ ਹੈ। ਸੋ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਹ ਸੰਸਥਾ ਜਿਹੜੀ ਹੈ ਇਹਨੂੰ ਖਤਮ ਨਾ ਹੋਣ ਦਿਓ। 5-7 ਕਰੋੜ ਤੁਹਾਡੇ ਲਈ ਇੰਨਾ ਕੁਝ ਵੀ ਨਹੀਂ ਹੈ, ਇਹ ਹਜ਼ਾਰਾਂ ਕਰੋੜਾਂ ਦਾ ਕੰਮ ਕਰ ਸਕਦੀ ਹੈ ਇਹ ਸੰਸਥਾ। ਤੁਹਾਨੂੰ ਪਤਾ ਨਹੀਂ ਹੈ ਕਿ ਇਹਦੀ ਪੋਟੈਂਸ਼ੀਅਲ ਕੀ ਹੈ, ਤੇ ਤੁਸੀਂ ਉਸ ਦੇ ਬੇਸਿਸ ਤੇ ਬਹੁਤ ਸਾਰੇ ਪੈਸੇ ਸੈਂਟਰ ਗਵਰਨਮੈਂਟ ਤੋਂ ਵੀ ਲਿਆ ਸਕਦੇ ਹੋ। ਪ੍ਰੋਫੈਸਰ ਸਾਹਿਬ, ਮਤਲਬ ਇਹ ਹੋ ਗਿਆ ਗੱਲ ਦਾ ਕਿ ਆਪਾਂ ਨੂੰ ਕਿਸੇ ਵੀ ਚੀਜ਼ ਨੂੰ, ਚਾਹੇ ਉਹ ਨਸ਼ਿਆਂ ਨਾਲ ਜੁੜੀ ਹੋਵੇ, ਕੱਲਾ ਸਰਕਾਰ ਤੇ ਨਹੀਂ ਛੱਡਿਆ ਜਾ ਸਕਦਾ, ਕਿਉਂਕਿ ਪੋਲੀਟੀਕਲ ਵਿਲ ਖਤਮ ਹੋ ਜਾਂਦੀ ਆ ਤਾਂ ਸਰਕਾਰ ਇਸ ਤੇ ਕੰਮ ਨਹੀਂ ਕਰਦੀ। ਤੇ ਡਰੱਗਸ ਨੂੰ ਰੋਕਣ ਦੇ ਲਈ ਇੱਕ ਮਲਟੀ ਡਾਇਮੈਂਸ਼ਨਲ ਅਪਰੋਚ ਸਮਾਜ ਨੂੰ, ਰਿਲੀਜੀਅਸ ਬਾਡੀਜ਼ ਨੂੰ, ਪੰਚਾਇਤੀ ਰਾਜ ਸਿਸਟਮ ਨੂੰ, ਲੋਕਾਂ ਨੂੰ ਵਿੱਚ ਸ਼ਾਮਿਲ ਕਰਕੇ ਆਪਾਂ ਨੂੰ ਬਣਾਉਣੀ ਪਏਗੀ। ਇਸ ਚੀਜ਼ ਨੂੰ, ਇਸ ਗੱਲਬਾਤ ਨੂੰ ਤੁਸੀਂ ਐਂਡ ਕਰੋ ਜੀ, ਕੀ ਕਹਿਣਾ ਚਾਹੋਗੇ ਐਂਡ ਦੇ ਵਿੱਚ? ਦੇਖੋ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪੋਲੀਟੀਕਲ ਵਿਲ ਵੈਕਿਊਮ 'ਚ ਨਹੀਂ ਬਣਦੀ। ਪੋਲੀਟੀਕਲ ਵਿਲ ਦੋ ਤਰ੍ਹਾਂ ਨਾਲ ਬਣ ਸਕਦੀ, ਜਾਂ ਤਾਂ ਪੋਲੀਟੀਕਲ ਲੀਡਰਸ਼ਿਪ ਇੰਨੀ ਮੈਚੁਰ ਸਟੇਟਸਮੈਨਸ਼ਿਪ ਹੋਵੇ, ਸਿਆਣੀ ਹੋਵੇ, ਤੇ ਉਹਨੂੰ ਇੱਥੋਂ ਪੰਜਾਬ ਦੇ ਜਿਹੜਾ ਲੋਕਾਂ ਨਾਲ ਜਾਂ ਪੰਜਾਬ ਦੇ ਮੁੱਦਿਆਂ ਨਾਲ ਬਹੁਤ ਸ਼ਿੱਦਤ ਨਾਲ ਉਹ ਡੀਲ ਕਰਨ, ਤਾਂ ਬਣ ਸਕਦੀ ਹੈ। ਦੂਜਾ ਹੈ ਕਿ ਸੋਸ਼ਲ ਪ੍ਰੈਸ਼ਰ, ਸੋਸ਼ਲ ਮੂਵਮੈਂਟਸ ਇੰਨੀਆਂ ਤਕੜੀਆਂ ਹੋਣ ਕਿ ਸਰਕਾਰਾਂ ਨੂੰ ਜਾਂ ਪੋਲੀਟੀਕਲ ਲੀਡਰਸ਼ਿਪ ਨੂੰ ਲਾਈਨ ਤੇ ਲਿਆ ਸਕਣ। ਪਰ ਦੁੱਖਾਂ ਤੇ ਹੈ, ਵੈਸੇ ਤਾਂ ਸਾਰੇ ਹੀ ਹੈ, ਪਰ ਦੁੱਖਾਂ ਤੇ ਹੈ ਕਿ ਪੰਜਾਬ ਦੇ ਵਿੱਚ ਕੰਪੀਟੀਟਿਵ ਪੋਪੂਲਿਜ਼ਮ ਜਾਂ ਇੱਕ ਦੂਜੀ ਪੋਲੀਟੀਕਲ ਪਾਰਟੀ ਦੇ ਦੁਸ਼ਮਣਬਾਜ਼ੀ ਕਰਕੇ ਸੱਤਾ 'ਚ ਬਣੇ ਰਹਿਣ ਦਾ ਜਿਹੜਾ ਸਿਲਸਿਲਾ ਹੈ, ਤੇ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਹੈ ਉਹਨਾਂ ਤੇ ਸੱਚਮੁੱਚ ਕੇਂਦਰਿਤ ਹੋ ਕੇ ਕੋਈ ਲੌਂਗ ਟਰਮ ਹੱਲ ਲੱਭਣ ਵਾਲਾ ਯਤਨ ਪਿਛਲੇ 30-35 ਸਾਲਾਂ ਤੋਂ ਨਹੀਂ ਹੋ ਰਿਹਾ। ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੈਨੂੰ 50 ਸਾਲ ਹੋ ਗਏ ਨੇ ਐਕੈਡੈਮਿਕਸ ਗੁਜ਼ਰਦਿਆਂ। ਸੋ ਜਿੰਨਾ ਚਿਰ ਤੱਕ ਉਹ ਨਹੀਂ ਹੁੰਦਾ, ਉਹਨਾਂ ਚਿਰ ਤੱਕ ਇਹ ਕੰਮ ਅੱਗੇ ਨਹੀਂ ਤੁਰਨਾ। ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਖਾਸ ਕਿਸਮ ਦਾ ਪੋਪੂਲਿਜ਼ਮ ਛੱਡ ਕੇ, ਜਾਂ ਡਰਾਮੇਬਾਜ਼ੀ ਛੱਡ ਕੇ, ਜਾਂ ਇਸ਼ਤਿਹਾਰਬਾਜ਼ੀ ਛੱਡ ਕੇ, ਜਾਂ ਦੂਸ਼ਣਬਾਜ਼ੀ ਛੱਡ ਕੇ ਔਨ ਗਰਾਊਂਡ ਕੰਮ ਕਰਨ, ਤੇ ਜਿਹੜੇ ਅਸਲੀ ਮੁੱਦੇ ਨੇ ਪੰਜਾਬ ਦੇ ਲੋਕਾਂ ਦੇ, ਉਹ ਕੇਂਦਰਿਤ ਹੋ ਕੇ ਉਹਨਾਂ ਤੇ ਅਧਿਐਨ ਕਰਾ ਕੇ ਕੋਈ ਮੀਡੀਅਮ ਟਰਮ, ਲੌਂਗ ਟਰਮ ਪਾਲਿਸੀ ਬਣਾਈ ਜਾਣ। ਪੈਚ ਵਰਕ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ, ਪੰਜਾਬੀਆਂ ਦਾ ਭਲਾ ਨਹੀਂ ਹੋਣਾ। ਤੇ ਇਸੇ ਕਰਕੇ ਤੁਹਾਡਾ ਯੂਥ ਜਿਹੜਾ ਹੈ ਉਹ ਲੱਖਾਂ ਦਾ ਬਾਹਰ ਜਾ ਰਿਹਾ, ਤੇ ਜਿਸ ਸਟੇਟ 'ਚੋਂ ਯੂਥ ਬਾਹਰ ਜਾਵੇ, ਡਿਵੈਲਪਮੈਂਟ ਯੂਥ ਨੇ ਕਰਨੀ ਹੁੰਦੀ ਹੈ, ਬੁੜਿਆਂ ਨੇ ਨਹੀਂ ਕਰਨੀ ਹੁੰਦੀ। ਸੋ ਜੇ ਤੁਹਾਡਾ ਯੂਥ ਇੱਥੇ ਡਿਵੈਲਪਮੈਂਟ ਦੀ ਨਹੀਂ ਰਹਿ ਰਿਹਾ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਡਿਵੈਲਪਮੈਂਟ ਉਸ ਤਰ੍ਹਾਂ ਨਹੀਂ ਕਰ ਸਕਦੇ। ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰਾ ਕੁਝ ਜਿਹੜਾ ਹੈ, ਮੈਂ ਮਨਰੇਗਾ ਦੀ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ 1000 ਕਰੋੜ ਰੁਪਈਆ ਤੁਸੀਂ ਮਨਰੇਗਾ ਤੇ ਖਰਚ ਲਓ, ਤੁਸੀਂ ਕਰੋੜਾਂ ਮੈਨ ਆਵਰਸ ਇੱਥੇ ਇੰਪਲੋਇਮੈਂਟ ਜਨਰੇਟ ਕਰ ਸਕਦੇ ਹੋ। ਤੇ ਤੁਹਾਡੇ ਕੋਲ ਪੈਸੇ ਜਨਰੇਟ ਕਰਨੇ ਚਾਹੀਦੇ ਆ ਨਾ, ਪੈਸੇ ਆ ਵੀ ਸਕਦੇ ਆ। ਹੁਣੇ ਤੁਹਾਡਾ GST 'ਚ ਕਹਿੰਦੇ ਵਾਧਾ ਹੋਇਆ, ਐਕਸਾਈਜ਼ 'ਚ ਵਾਧਾ ਹੋਇਆ, ਤੇ ਉਹ ਮੈਨੂੰ ਲੱਗਦਾ ਕਿ ਮੈਂ ਜਿਹੜੇ ਫਾਈਨਾਂਸ ਕਮਿਸ਼ਨ ਦੇ ਵਿੱਚ ਅੰਕੜੇ ਦਿੱਤੇ ਸੀਗੇ, ਉਹਦਾ ਪਾਰਟ ਉਹਦੇ ਲਾਗੇ ਛਾਗੇ ਆ ਰਹੇ ਨੇ। ਸੋ ਇੱਕ ਤਰੀਕਾ ਹੈ ਕਿ ਤੁਸੀਂ ਪੈਸੇ ਜਿਹੜੇ ਪੋਟੈਂਸ਼ੀਅਲ ਇਕਨੋਮੀ ਦੇ ਵਿੱਚ, ਉਹ ਸਰਕਾਰੀ ਖਜ਼ਾਨੇ 'ਚ ਲਿਆਓ। ਦੂਜਾ ਤਰੀਕਾ ਹੈ ਕਿ ਤੁਸੀਂ ਉਹਨੂੰ ਠੀਕ ਤਰ੍ਹਾਂ ਨਾਲ ਖਰਚ ਕਰੋ, ਕਿਉਂਕਿ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਅੱਜ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਉਹ ਕਸਟੋਡੀਅਨ ਨੇ ਲੋਕਾਂ ਦੀ ਪੈਸੇ ਦੇ, ਉਹ ਮਾਲਕ ਨਹੀਂ ਹਨ। ਇਹ ਨਹੀਂ ਹੈ ਕਿ ਆਪਣੀ ਮਰਜ਼ੀ ਨਾਲ ਜਿਵੇਂ ਉਹਨੂੰ ਮਰਜ਼ੀ ਖਰਚ ਕਰੀ ਜਾਓ। ਸੋ ਫਾਈਨੈਂਸ਼ੀਅਲ ਮੈਨੇਜਮੈਂਟ ਤੇ ਜੁਡੀਸ਼ੀਅਲ ਜਿਹੜਾ ਇੱਕ ਠੀਕ ਤਰ੍ਹਾਂ ਖਰਚ ਕਰਨਾ, ਇਹ ਬਹੁਤ ਇੰਪੋਰਟੈਂਟ ਹੈ। ਤੇ ਅਨਫੋਰਚੂਨੇਟਲੀ ਸਰਕਾਰਾਂ ਇੱਕ ਇਲੈਕਸ਼ਨ ਤੋਂ ਦੂਜੀ ਇਲੈਕਸ਼ਨ ਤੱਕ ਜਿਉਂਦੀਆਂ ਨੇ, ਇਸ ਤੋਂ ਵੱਧ ਉਹਨਾਂ ਦਾ ਵਿਜ਼ਨ ਨਹੀਂ ਹੈ। ਤੇ ਜਿੰਨਾ ਚਿਰ ਤੱਕ ਇਹ ਵਿਜ਼ਨ ਨਹੀਂ ਆਉਂਦਾ, ਉਹਨਾਂ ਚਿਰ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਤੇ ਇਲੈਕਸ਼ਨ ਤਾਂ ਕੋਈ ਨਾ ਕੋਈ ਆਈ ਰਹਿੰਦੀ, ਤੇ ਇਲੈਕਸ਼ਨ ਮੋਡ 'ਚ ਰਹਿਣ ਨਾਲ ਤਾਂ ਡਿਵੈਲਪਮੈਂਟ ਨਹੀਂ ਹੋਣੀ। ਤੁਹਾਨੂੰ ਤਾਂ ਇੱਕ ਲੌਂਗ ਟਰਮ ਪਾਲਿਸੀਜ਼, ਮੀਡੀਅਮ ਟਰਮ ਪਾਲਿਸੀਜ਼ ਬਣਾ ਕੇ ਪਹਿਲਾਂ ਸਮਝ ਕੇ
ਕਿ ਹੁਣ ਜਿਵੇਂ ਪਹਿਲੀ ਸਰਕਾਰ ਕਹੇ ਘਰ ਨੌਕਰੀ ਦੇਣੀ ਕਿਹਨੂੰ ਆ ਬਈ, ਜੇ ਤੁਹਾਨੂੰ ਪਤਾ ਹੀ ਨਹੀਂ ਕਿ ਯੂਥ ਦੀ ਐਸਪੀਰੇਸ਼ਨਸ ਕੀ ਹੈ, ਨੌਕਰੀਆਂ ਕਿੱਥੇ ਹੈ, ਕਿ ਉਹ ਕ੍ਰੀਏਟ ਕਿਵੇਂ ਕਰਨੀਆਂ ਨੇ। ਇਸ ਵੇਲੇ ਲੱਖ ਦੇ ਕਰੀਬ ਪੰਜਾਬ ਗਵਰਨਮੈਂਟ 'ਚ ਨੌਕਰੀਆਂ ਖਾਲੀ ਨੇ, ਸਕੂਲ ਤੁਹਾਡੇ ਬਹੁਤ ਸਾਰੇ ਖਾਲੀ ਪਏ ਨੇ, ਕਾਲਜ ਤੁਹਾਡੇ ਖਾਲੀ ਪਏ ਨੇ, ਤੇ ਤੁਸੀਂ ਕਹਿ ਰਹੇ ਹੋ ਕਿ ਐਜੂਕੇਸ਼ਨ ਤੇ ਅਸੀਂ ਹੈਲਥ ਤੇ ਬਹੁਤ ਉਹ ਕਰ ਰਹੇ ਹਾਂ। ਤੁਸੀਂ ਤਾਂ ਜਿਹੜਾ ਬੇਸਿਕ ਇਸ ਵੇਲੇ ਸਿਸਟਮ ਬਣਿਆ ਉਹਨੂੰ ਵੀ ਤੋੜ ਕੇ ਇੱਕ ਖਾਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਰਹੇ ਹੋ। ਸੋ ਮੈਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਕਰਨ ਨਾਲ ਨਹੀਂ ਹੋਣਾ, ਤੇ ਮੈਂ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕਰੂੰਗਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਕਿ ਤੁਸੀਂ ਪੰਜਾਬ ਦੇ ਲੌਂਗ ਟਰਮ ਹਿੱਤ 'ਚ ਕੰਮ ਕਰੋ। ਇੱਕ ਇਲੈਕਸ਼ਨ ਹਾਰ ਜਾਓਗੇ ਜਾਂ ਜਿੱਤ ਜਾਓਗੇ ਕੋਈ ਫਰਕ ਨਹੀਂ ਪੈਣਾ, ਤੁਸੀਂ ਪੰਜਾਬ ਦੇ ਲੌਂਗ ਟਰਮ ਜਿਹੜਾ ਇੰਟਰਸਟ ਕੰਮ ਕਰੋ। ਪ੍ਰੋਫੈਸਰ ਸਾਹਿਬ ਇਹੀ ਗੱਲਾਂ ਸੁਣਨੀਆਂ ਸੀਗੀਆਂ, ਕਿਉਂਕਿ ਇਲੈਕਸ਼ਨ ਚੱਲ ਰਹੇ ਨੇ, ਤੁਹਾਨੂੰ ਪਤਾ ਹੈ, ਔਰ ਉਹੀ ਪੋਪੂਲਰ ਗੱਲਾਂ ਜਿਹੜੀਆਂ ਲੋਕਾਂ ਨੂੰ ਲੁਭਾਉਣ, ਉਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਸੇ ਕਰਕੇ ਪ੍ਰੋਗਰਾਮ ਤੁਹਾਡੇ ਲਈ ਅਸੀਂ ਖਾਸ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸ਼ਾਮਿਲ ਹੋਵੋ। ਤੁਸੀਂ ਆਏ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਥੈਂਕ ਯੂ ਜੀ। ਥੈਂਕ ਯੂ ਜੀ।